ਐ ਸਿਰਫ ਸੁਦੀਪ ਕੁਮਾਰ ਸੂਰੀ ਜੀ ਨੇ ਆਪਣੀ ਨਾ ਮੈਂ ਕਹਿੰਦੀ ਹਾਂ ਥੋੜੀ ਜਿਹੀ ਰੰਜਿਸ਼ ਕਾਰਨ ਮੇਰੇ ਤੇ FIR ਲੌਜ ਕਰਵਾਤੀ ਹੈ। ਪੂਜਾ ਅਰੋੜਾ ਦੇ ਘਰ ਰੇਡ ਹੋਏ, ਜਿਹੜੇ ਉਹ ਕੋਠੇ ਟੱਪ ਕੇ ਭੱਜ ਗਈ, ਜੋ ਸੱਚੀ ਸੁੱਚੀ ਸੀ ਤੇ ਕੋਠੇ ਟੱਪਦੀ ਨਾ। ਐ ਮੈਨੂੰ ਮੰਗ ਕਰਦੇ ਸੀ ਕਦੀ 11,000 ਦੀ ਪਰਚੀ ਕਟਾ, ਕਦੀ 21,000 ਦੀ ਪਰਚੀ ਕਟਾ, ਕਦੀ ਮਤਲਬ 2100 ਰੁਪਈਆ ਦੇ। ਮੇਰੇ ਕੋਲ ਇਹ ਸਭ ਕੁਝ ਹੁੰਦਾ ਨਹੀਂ ਸੀ। ਕਹਿੰਦੇ ਸੀ 1000 ਰੁਪਇਆ ਮਹੀਨਾ ਸਾਨੂੰ ਦੇਣਾ ਹੀ ਦੇਣਾ ਵਾ, ਤੂੰ 1000 ਰੁਪਇਆ ਮਹੀਨਾ। ਦੇਖੋ ਸਰ ਮੇਰੇ ਕੋਲ 1000 ਰੁਪਇਆ ਮਹੀਨਾ ਰੋਟੀ ਖਾਣ ਨੂੰ ਹੋਏਗਾ, ਮੈਂ ਇਹਨਾਂ ਨੂੰ ਕਿੱਥੇ ਦੇਵਾਂਗੀ, ਪਰਚੀ ਕਟਾਵਾਂਗੀ। ਇਸ ਔਰਤ ਦਾ ਔਰ ਇਸ ਦੇ ਹਸਬੈਂਡ ਦਾ ਵਪਾਰ ਚੈੱਕ ਕੀਤਾ ਜਾਵੇ, ਬਿਜ਼ਨਸ ਚੈੱਕ ਕੀਤਾ ਜਾਵੇ ਕਿ ਇਹ ਕੀ ਕੰਮ ਕਰਦੇ ਨੇ। ਇਹ ਹੋਟਲਾਂ 'ਚ ਕਿਹੜੀ ਇਹੋ ਜਿਹੀ ਚੀਜ਼ ਸਪਲਾਈ ਕਰਦੀ ਹੈ ਕਿ ਇਹਨਾਂ ਕੋਲ ਨੋਟਾਂ ਦੇ ਨੋਟ ਆਉਂਦੇ ਨੇ। ਹਾਂ ਤੇ ਉਹ ਤੇ ਹੁਣ ਬੋਲੇਗਾ ਹੀ, ਕਿਉਂਕਿ ਉਹ ਕਹਿੰਦਾ ਸੀ ਰਕੇਸ਼ ਭਸੀਨ ਜੀ ਨਾਲ ਤੂੰ ਨਹੀਂ ਬੁਲਾਉਣਾ। ਤੇ ਸਰ ਮੈਂ ਇਹਨਾਂ ਨੂੰ ਰੱਖੜੀ ਬੰਨ੍ਹਦੀ ਹਾਂ, ਮੇਰੇ ਬ੍ਰਦਰ ਅੱਗੇ ਆ, ਮੈਂ ਕਿਸ ਤਰ੍ਹਾਂ ਛੱਡ ਸਕਦੀ ਹਾਂ। ਉਹ ਕਹਿੰਦਾ ਸੀ ਜੇ ਤੂੰ ਰਕੇਸ਼ ਵੱਲ ਚਲੀ ਗਈ ਨਾ ਤੇ ਮੈਂ ਤੇਰੇ ਬਰਖਲਾਫ ਹੋਈ ਨਾ। ਉਹਦਾ ਮੈਟਰ ਤੇ ਸਿਰਫ ਰਕੇਸ਼ ਭਸੀਨ ਨੂੰ ਬਰਬਾਦ ਕਰਨਾ, ਸਿਰਫ ਹੋਰ ਕੁਝ ਨਹੀਂਗਾ। ਜਿਹੜੀ ਇਹ ਕਹਿ ਰਹੀ ਹੈ ਕਿ ਮੇਰਾ ਭਰਾ ਵੇ, ਇਹ ਭੈਣ ਭਰਾ ਦਾ ਰਿਸ਼ਤਾ ਖਰਾਬ ਕਰ ਰਹੀ ਹੈ। ਇਹੋ ਜਿਹੀਆਂ ਔਰਤਾਂ 'ਤੇ ਵਿਸ਼ਵਾਸ ਨਹੀਂ ਕਰੀਦਾ ਹੁੰਦਾ। ਤੁਹਾਨੂੰ ਇਹੋ ਜਿਹੀਆਂ ਔਰਤਾਂ ਦੀ ਖਬਰ ਹੀ ਨਹੀਂ ਲਗਾਉਣੀ ਚਾਹੀਦੀ। ਮੇਰਾ ਗਲਤ, ਮੈਂ ਤੇ ਇਹਨਾਂ ਦੀ ਪਾਰਟੀ ਵਿੱਚ ਜਾ ਕੇ 1 ਹਫ਼ਤੇ ਵਿੱਚ ਦੇਖਿਆ ਕਿ ਇਹਨਾਂ ਦਾ ਵਾਤਾਵਰਨ ਕਿਸ ਤਰ੍ਹਾਂ ਦਾ ਹੈ। ਸਰ ਮੈਨੂੰ ਵਾਤਾਵਰਨ ਬਿਲਕੁਲ ਚੰਗਾ ਨਹੀਂ ਲੱਗਾ ਤੇ ਮੈਂ ਤਾਂ ਉਸੇ ਟਾਈਮ ਪਾਰਟੀ ਨੂੰ ਸਾਈਡ ਤੇ ਕਰਤਾ, ਮੈਂ ਜਾਣਾ ਹੀ ਛੱਡਤਾ। ਰਹੀ ਗੱਲ ਸ਼ਰਾਬ ਪੀਣ ਦੀ, ਜੇ ਸਰਕਾਰ ਨੇ ਸ਼ਰਾਬ ਬਣਾਈ ਹੈ ਤੇ ਲੋਕਾਂ ਨੇ ਸ਼ਰਾਬ ਤੇ ਪੀਣੀ ਹੈ ਨਾ। ਜੇ ਸ਼ਰਾਬ ਪੀਣਗੇ ਨਹੀਂ ਲੋਕੀ ਤੇ ਸ਼ਰਾਬ ਵਿਕੇਗੀ ਨਹੀਂ, ਸ਼ਰਾਬ ਵਿਕੇਗੀ ਨਹੀਂ, ਸਰਕਾਰ ਕੋਲ ਰੈਵਨਿਊ ਨਹੀਂ ਆਏਗਾ, ਸਰਕਾਰ ਕੋਲ ਰੈਵਨਿਊ ਨਹੀਂ ਆਏਗਾ, ਫਿਰ ਰੋਡ ਨਹੀਂ ਬਣੇਗੀ, ਸਟਰੀਟ ਲਾਈਟਾਂ ਬੰਦ ਹੋ ਜਾਣਗੀਆਂ। ਮੇਰਾ ਦਾ ਕਲੇਸ਼ ਚੱਲਦਾ ਪਿਆ ਸੀ, ਉਹਨਾਂ ਨੇ ਮੈਨੂੰ ਦਬਾਅ ਪਾ ਕੇ ਸੁਦੀਪ ਕੁਮਾਰ ਸੂਰੀ ਨੇ ਤੇ ਇਹਦੇ ਉੱਪਰ SC ਐਕਟ ਦਾ ਪਰਚਾ ਦਰਜ ਕਰਾਉਣ ਲੱਗੇ। ਮੈਨੂੰ ਜਦੋਂ ਪਤਾ ਲੱਗਾ ਕਿ ਇਹ ਕੰਮ ਹੋ ਰਿਹਾ ਵਾ ਤੇ ਮੈਂ ਉਹਨਾਂ ਨੂੰ ਇਨਕਾਰ ਕੀਤਾ। ਉਹ ਕਹਿੰਦੇ ਜੇਕਰ ਤੂੰ ਨਹੀਂ ਬਿਆਨ ਦੇਗਾ ਤੇ ਆਪਾਂ ਤੇਰੇ ਤੇ ਝੂਠਾ ਪਰਚਾ ਕਰਾਂਗੇ। ਜਿਨ੍ਹਾਂ ਕੋਲ ਝੂਠ ਦਾ ਪਲੰਦਾ ਹੋਏਗਾ ਤੇ ਉਹ ਝੂਠੇ ਆਰੋਪ ਲਗਾਏਗਾ, ਉਹ ਲਗਾਈ ਜਾਵੇ, ਮੇਰੀ ਸਿਹਤ ਤੇ ਕੋਈ ਅਸਰ ਨਹੀਂ। ਮੇਰਾ ਨਾਮ ਸੁਦੀਪ ਕੁਮਾਰ ਸੂਰੀ, ਸ਼ਿਵ ਸੈਨਾ ਟਕਸਾਲੀ ਤੋਂ ਰਾਸ਼ਟਰੀ ਪ੍ਰਧਾਨ। ਇੱਕ ਸ਼ਿਵ ਸੈਨਾ ਸੂਰਯਵੰਸ਼ੀ ਦੇ ਅਹੁਦੇਦਾਰਾਂ ਵੱਲੋਂ ਤੁਹਾਡੇ ਤੇ ਇੱਕ ST ਐਕਟ ਪਰਚੇ ਦੇ ਕੋਈ ਐਲੀਗੇਸ਼ਨ ਲਗਾਏ ਜਾ ਰਹੇ ਨੇ। ਅੱਛਾ ਜੀ। ਉਹ ਕਹਿ ਰਹੇ ਕਿ ਇਹਨਾਂ ਦੇ ਪਹਿਲਾਂ ਵੀ ST ਐਕਟ ਦੇ ਪਰਚੇ ਨੇ ਤੇ ਇਹ ਹੁਣ ਐਸੀ ਸਮਾਜ ਦੇ ਖਿਲਾਫ ਹੀ ਬੋਲ ਰਹੇ ਨੇ। ਦੇਖੋ, ਜਿਨ੍ਹਾਂ ਕੋਲ ਝੂਠ ਦਾ ਪਲੰਦਾ ਹੋਏਗਾ ਤੇ ਉਹ ਝੂਠੇ ਆਰੋਪ ਲਗਾਏਗਾ ਤਾਂ ਉਹ ਲਗਾਈ ਜਾਵੇ, ਮੇਰੀ ਸਿਹਤ ਤੇ ਕੋਈ ਅਸਰ ਨਹੀਂ। ਜਿਹੜੇ ਬੰਦੇ ਨੂੰ ਉਹਨਾਂ ਨੇ ਪੂਜਾ ਅਰੋੜਾ ਨੇ ਆਪਤੀਜਨਕ ਸ਼ਬਦ ਬੋਲੇ ਜਿਹੜੇ ਗੈਰ ਕਾਨੂੰਨੀ ਨੇ, ਉਹਦੇ ਤੇ ਅਗਲੇ ਬੰਦੇ ਨੇ FIR ਕਰਵਾਈ, ਠੀਕ ਹੈ, ਮੇਰੀ ਸਪੋਰਟ ਨਾਲ ਚੱਲੀ। ਉਹਦਾ ਕਾਰਨ ਹੈ ਕਿ ਮੇਰੇ ਉਹ SC ਦਾ ਜ਼ਿਲ੍ਹਾ ਪ੍ਰਧਾਨ ਹੈ, ਔਰ ਜਦੋਂ ਮੇਰਾ ਜ਼ਿਲ੍ਹਾ ਪ੍ਰਧਾਨ ਜਾਂ ਮੇਰੇ ਵਿੰਗ ਦਾ ਕੋਈ ਵੀ ਬੰਦਾ ਆਏਗਾ ਉਹ ਮੇਰੇ ਬੱਚਿਆਂ ਬਰਾਬਰ ਹੈ, ਮੇਰੇ ਕੋਲ ਆ ਕੇ ਰੋਏਗਾ ਤਾਂ ਮੈਨੂੰ ਉਹਦੀ ਗੱਲ ਸੁਣਨੀ ਪਏਗੀ, ਚਾਹੇ ਕੋਈ ਵੀ ਹੋਵੇ। ਮੈਂ ਕਾਰਵਾਈ ਕਰਵਾਈ, ਕਾਨੂੰਨ ਦੇ ਤਹਿਤ ਹੋ ਕੇ ਕਰਵਾਈ। CP ਸਾਹਿਬ ਕੋਲੋਂ, ਕਮਿਸ਼ਨਰ ਸਾਹਿਬ ਕੋਲੋਂ ਇਨਕੁਆਇਰੀ ਮਾਰਕ ਹੋਈ, ਉਹਨਾਂ ਨੇ ਇਨਕੁਆਇਰੀ ਕੀਤੀ। ਉਸ ਤੋਂ ਬਾਅਦ 5 ਦਿਨਾਂ ਬਾਅਦ FIR ਦਰਜ ਹੋਈ। FIR ਦਰਜ ਹੋਣ ਤੋਂ ਬਾਅਦ ਪੂਜਾ ਅਰੋੜਾ ਦੇ ਘਰ ਰੇਡ ਹੋਏ, ਜਿਹੜੇ ਉਹ ਕੋਠੇ ਟੱਪ ਕੇ ਭੱਜ ਗਈ, ਜੋ ਸੱਚੀ ਸੁੱਚੀ ਸੀ ਤੇ ਕੋਠੇ ਟੱਪਦੀ ਨਾ ਪ੍ਰਸ਼ਾਸਨ ਦੇ ਪੁਲਿਸ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਜਵਾਬ ਦਿੰਦੀ। ਜ਼ਮਾਨਤ ਉਹਨੇ ਲਗਾਈ, ਲੋਕਲ ਕੋਰਟ ਦੇ ਵਿੱਚ ਫੇਲ ਹੋ ਗਈ। ਹਾਈ ਕੋਰਟ ਦੇ ਵਿੱਚ ਅਸੀਂ ਜੱਜ ਸਾਹਿਬ ਨੂੰ ਰਿਕੁਐਸਟ ਕਰਾਂਗੇ ਕਿ ਇਹਦੀ ਜ਼ਮਾਨਤ ਨਾ ਹੋਵੇ, ਤਾਂ ਕਿ ਇਹੋ ਜਿਹੀ ਔਰਤ ਨੂੰ ਜੋ ਸਮਾਜ ਨੂੰ ਗੰਦਾ ਕਰ ਰਹੀ ਹੈ ਉਹਨੂੰ ਅੰਦਰ ਜਾਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹਨੂੰ ਸਫਾਈ ਦੀ ਲੋੜ ਹੈ ਤੇ ਉਹ ਅੰਦਰ ਜਾਣੀ ਚਾਹੀਦੀ ਹੈ। ਇੱਕ ਉਹਨਾਂ ਨੇ ਐਲੀਗੇਸ਼ਨ ਲਗਾਇਆ ਕਿ ਸ਼ਿਵ ਸੈਨਾ ਟਕਸਾਲੀ 11,000 22,000 ਦੀਆਂ ਪਰਚੀਆਂ ਕੱਢ ਕੇ ਪੈਸੇ ਇਕੱਠੇ ਕਰ ਰਹੇ ਨੇ, ਇਹਦੇ ਬਾਰੇ ਦੱਸੋ। ਦੇਖੋ, ਸ਼ਿਵ ਸੈਨਾ ਕੋਈ ਵੀ ਪਰਚੀ ਨਹੀਂ ਕੱਟਦੀ, ਕਿਸੇ ਦੀ ਵੀ ਨਹੀਂ ਕੱਟਦੀ। ਇੱਥੇ ਹਜ਼ਾਰਾਂ ਲੋਕ ਆਉਂਦੇ ਨੇ ਆਪਣਾ ਕੰਮ ਕਰਵਾਉਣ ਵਾਸਤੇ। ਜਦੋਂ ਐਲੀਗੇਸ਼ਨ ਕਿਸੇ ਨੇ ਨਾਲ ਲਾਣਾ ਹੈ ਉਹ ਲਗਾਈ ਜਾਵੇ, ਉਹਦਾ ਕੋਈ ਆਧਾਰ ਨਹੀਂ ਹੁੰਦਾ। ਜੇ ਅਸੀਂ ਕਿਸੇ ਦੀ ਪਰਚੀ ਕੱਟਦੇ ਹਾਂ, ਜਦੋਂ ਅਸੀਂ ਪ੍ਰੋਗਰਾਮ ਕੀਤਾ ਸਾਈਂ ਸੰਧਿਆ ਦਾ, ਸਾਈਂ ਸੰਧਿਆ ਵਾਸਤੇ ਇੱਕ ਜੱਗ ਕੀਤਾ, ਜੱਗ ਦੇ ਵਿੱਚ ਅਸੀਂ ਇਕੱਲੇ ਵੀ ਕਰਵਾ ਸਕਦੇ ਸੀਗੇ, ਲੇਕਿਨ ਜਦੋਂ ਇਕੱਲਾ ਬੰਦਾ ਜੱਗ ਕਰਾਉਂਦਾ ਤਾਂ ਉਹਦੇ ਵਿੱਚ ਮੈਂ ਆ ਜਾਂਦੀ ਹੈ। ਔਰ ਜਦੋਂ ਹਰ ਬੰਦੇ ਦਾ ਇੱਕ ਆਨਾ ਪੈਂਦਾ ਤੇ ਉਹ ਇੱਕ ਜੱਗ ਗਿਣਿਆ ਜਾਂਦਾ, ਉਹਦੇ ਵਾਸਤੇ ਕੀਤਾ ਗਿਆ। ਉਹਦੀ ਇੱਥੇ ਕਾਪੀ ਵੀ ਪਈ ਹੋਏਗੀ ਜਿਹਦਾ ਸਾਡੇ ਕੋਲ ਪੂਰਾ ਰਿਕਾਰਡ ਹੈ ਕਿ ਕਿੰਨੇ 500 ਦਿੱਤਾ, ਕਿੰਨੇ 5 ਰੁਪਏ ਦਿੱਤੇ ਤੇ ਕਿੰਨੇ 5000 ਰੁਪਏ ਦਿੱਤਾ। ਜੇ ਇਹਨੇ ਕੋਈ ਪੈਸਾ ਦਿੱਤਾ ਤਾਂ ਫਿਰ ਇਹ ਸਾਡੇ ਨਾਲ ਗੱਲ ਕਰੇ ਕਿ ਸ਼ਿਵ ਸੈਨਾ ਟਕਸਾਲੀ ਨੂੰ ਕੋਈ ਅਸੀਂ ਪਰਚੀ ਕਟਾਈਏ। ਔਰ ਰਹੀ ਦੂਸਰੀ ਗੱਲ, ਸ਼ਿਵ ਸੈਨਾ ਦੇ ਉੱਪਰ ਤੇ ਨੇ ਐਲੀਗੇਸ਼ਨ ਲਗਾਤੇ ਕਿ ਪਰਚੀ ਕੱਟੀ ਗਈ ਹੈ। ਮੈਂ ਪ੍ਰਸ਼ਾਸਨ ਨੂੰ ਅਪੀਲ ਕਰਾਂਗਾ ਕਿ ਇਸ ਔਰਤ ਦਾ ਔਰ ਇਸ ਦੇ ਹਸਬੈਂਡ ਦਾ
ਵਪਾਰ ਚੈੱਕ ਕੀਤਾ ਜਾਵੇ, ਬਿਜ਼ਨਸ ਚੈੱਕ ਕੀਤਾ ਜਾਵੇ ਕਿ ਇਹ ਕੀ ਕੰਮ ਕਰਦੇ ਨੇ, ਇਹ ਹੋਟਲਾਂ 'ਚ ਕਿਹੜੀ ਇਹੋ ਜਿਹੀ ਚੀਜ਼ ਸਪਲਾਈ ਕਰਦੀ ਹੈ ਕਿ ਇਹਨਾਂ ਕੋਲ ਨੋਟਾਂ ਦੇ ਨੋਟ ਆਉਂਦੇ ਨੇ, ਇਹਨਾਂ ਦੀ ਘਰ ਦੀਆਂ ਅਲਮਾਰੀਆਂ ਦੇ ਵਿੱਚ ਚਿੱਟੇ ਰੰਗ ਦਾ ਕੀ ਸਮਾਨ ਪਿਆ ਪਾਊਡਰ ਜਿਹਾ, ਉਹ ਪ੍ਰਸ਼ਾਸਨ ਨੂੰ ਜ਼ਰੂਰ ਚੈੱਕ ਕਰਨਾ ਚਾਹੀਦਾ ਹੈ। ਜੋ ਕਿ ਇਹਦਾ ਹਸਬੈਂਡ ਸੋਨੂ ਅਰੋੜਾ ਜਿਹਦਾ ਨਾਮ ਹੈ, ਉਹਨੇ ਬਕਾਇਦਾ ਫੋਨ ਦੇ ਉੱਪਰ ਉਹ ਮੇਰੇ ਆਫਿਸ ਦੇ ਵਿੱਚ ਸੋਰੀ ਆ ਕੇ ਕਿਹਾ, ਔਰ ਮੇਰੇ ਕੋਲ ਰਿਕਾਰਡਿੰਗ ਵੀ ਪਈ ਹੈ ਕਿ ਸਾਹਮਣੇ ਅਲਮਾਰੀ ਦੇ ਵਿੱਚ ਥੱਲੇ ਦਰਾਜ ਹੈਗਾ, ਦਰਾਜ ਦੇ ਵਿੱਚ ਸਮੈਕ ਹੈਗੀ ਹੈ, ਸਮੈਕ ਹੈ ਪਿਆਂਦੀ ਹੈ ਕੋਈ ਇੱਕ ਇਹਨੇ ਗੋਰਖਣ ਜੀ ਕੋਈ ਜਨਾਨੀ ਕੁੜੀ ਰੱਖੀ ਹੋਈ ਉਹਨੂੰ। ਮਤਲਬ ਮੇਰਾ ਮੂੰਹ ਨਾ ਖਲਵਾਓ, ਕਿਉਂਕਿ ਗੰਦ ਦੇ ਵਿੱਚ ਜੇ ਮੈਂ ਵੱਟਾ ਪਾਵਾਂਗਾ ਛਿੱਟੇ ਮੇਰੇ ਚਿੱਟੇ ਕੱਪੜੇ ਨੇ ਖਰਾਬ ਹੋ ਜਾਣਗੇ, ਮੇਰੇ ਘਰ ਦੇ ਵੀ ਫਿਰ ਗੁੱਸਾ ਕਰਦੇ ਨੇ। ਸੂਰੀ ਸਾਹਿਬ ਇੱਕ ਉਹਨੇ ਨਾਮ ਲਾਇਆ ਕਿ ਤੁਹਾਡੇ ਨਾਲ ਦੇ ਬੰਦੇ ਹੈਗੇ ਆ ਕੋਈ, ਦੇਖੋ ਉਹ ਬਾਹਰਲੇ ਸ਼ਹਿਰ 'ਚੋਂ ਕੋਈ ਬੰਦੇ ਆ ਕੇ ਮੇਰੇ ਕੋਲ ਰਹਿ ਰਹੇ ਨੇ। ਤੁਸੀਂ ਮੇਰੇ ਪ੍ਰੈਸ ਰਿਪੋਰਟਰ ਭਰਾਵੋ, ਇੰਟੈਲੀਜੈਂਸੀ, CID, ਪੁਲਿਸ ਪ੍ਰਸ਼ਾਸਨ ਮੇਰੇ ਖਿਆਲ 'ਚ ਡੇਲੀ ਮੇਰੇ ਆਫਿਸ ਆਉਂਦੇ ਨੇ ਚੈਕਿੰਗ ਵਾਸਤੇ, ਕੋਈ ਮਿਲਣ ਵੀ ਆਉਂਦੇ ਨੇ, ਤੁਸੀਂ ਵੀ ਮੈਨੂੰ ਮਿਲਣ ਆਉਂਦੇ ਹੋ। ਮੇਰੇ ਖਿਆਲ 'ਚ ਤੇ ਜਿੰਨੇ ਮੇਰੇ ਕੋਲ ਇੱਥੇ ਬੰਦੇ ਬੈਠੇ ਹੁੰਦੇ ਨੇ ਤੁਸੀਂ ਮੇਰੇ ਖਿਆਲ ਉਹਨਾਂ ਨੂੰ ਹੀ ਵੇਖਦੇ ਹੋਵੋਗੇ, ਕੋਈ ਓਪਰਾ ਬੰਦਾ ਸਾਡੇ ਕੋਲ ਹੁੰਦਾ ਨਹੀਂ। ਰਹੀ ਗੱਲ ਸ਼ਰਾਬ ਪੀਣ ਦੀ, ਜੇ ਸਰਕਾਰ ਨੇ ਸ਼ਰਾਬ ਬਣਾਈ ਏ ਤੇ ਲੋਕਾਂ ਨੇ ਸ਼ਰਾਬ ਤੇ ਪੀਣੀ ਹੈ ਨਾ। ਜੇ ਸ਼ਰਾਬ ਪੀਣਗੇ ਨਹੀਂ ਲੋਕੀ ਤੇ ਸ਼ਰਾਬ ਵਿਕੇਗੀ ਨਹੀਂ, ਸ਼ਰਾਬ ਵਿਕੇਗੀ ਨਹੀਂ, ਸਰਕਾਰ ਕੋਲ ਰੈਵਨਿਊ ਨਹੀਂ ਆਏਗਾ, ਸਰਕਾਰ ਕੋਲ ਰੈਵਨਿਊ ਨਹੀਂ ਆਏਗਾ, ਫਿਰ ਰੋਡ ਨਹੀਂ ਬਣੇਗੀ, ਸਟਰੀਟ ਲਾਈਟਾਂ ਬੰਦ ਹੋ ਜਾਣਗੀਆਂ। ਕਹਿੰਦੀ ਮੈਂ ਦੁਖੀ ਹੋ ਗਈ, ਸ਼ਿਵ ਸੈਨਾ ਸੂਰੀ ਸਾਹਿਬ ਨੂੰ ਛੱਡਿਆ ਸੀ, ਦੁਬਾਰਾ ਮੈਂ ਉੱਥੇ ਚਲ ਗਈ ਹਾਂ ਕਿਉਂ ਮੇਰਾ ਭਰਾ ਸੀ, ਮੇਰੇ ਨਾਲ ਬਦਲਾ ਲੈਣ ਵਾਸਤੇ ਸੂਰੀ ਸਾਹਿਬ ਨੂੰ ਮੇਰੇ ਤੇ ਪਰਚਾ ਕਰਾ ਰਹੇ ਨੇ, ਮੇਰੇ ਤੇ ਝੂਠ ਨਾਮ ਲਗਾਏ। ਦੇਖੋ ਬਦਲਾ ਅਸੀਂ ਤਾਂ ਲਈਏ ਕਿ ਜੇ ਅਸੀਂ ਬੜੀ ਵੱਡੀ ਇੱਕ ਤੋਪ ਲਿੱਤੀ ਹੋਵੇ, ਅਸੀਂ ਤਾਂ ਇਹਨੂੰ ਜੁਆਇਨਿੰਗ ਹੀ ਨਹੀਂ ਕੀਤੀ। ਇਹ ਸਾਡੇ ਕੋਲ ਆਈ ਹੈ, ਵਿਕਰਮ ਗਨੋਤਰਾ ਜੀ ਇਹਨੂੰ ਲੈ ਕੇ ਆਏ ਨੇ, ਇਹਨੇ ਤਰਲੇ ਮਿੰਨਤਾਂ ਪਾਏ ਨੇ, ਰੋਈ ਪਿੱਟੀ ਹੈ, ਲੇਕਿਨ ਅਸੀਂ ਫਿਰ ਵੀ ਇਹਨੂੰ ਸਰੋਪਾ ਨਹੀਂ ਪਾਇਆ। ਠੀਕ ਹੈ, ਮੇਰੇ ਪੰਜਾਬ ਪ੍ਰਧਾਨ ਨੇ ਖਾਲੀ ਸਰੋਪਾ ਪਾਇਆ, ਅਸੀਂ ਇਹਨੂੰ ਕੋਈ ਲੈਟਰ ਜਾਰੀ ਨਹੀਂ ਕੀਤੀ ਕਿਉਂਕਿ ਅਸੀਂ ਨੂੰ ਕਾਨੂੰਨੀ ਤੌਰ 'ਤੇ ਨਿਯੁਕਤੀ ਨਹੀਂ ਕੀਤਾ। ਔਰ ਦੂਸਰੀ ਗੱਲ ਜਿਹੜੀ ਇਹ ਕਹਿ ਰਹੀ ਹੈ ਕਿ ਮੇਰਾ ਭਰਾ ਵੇ, ਇਹ ਭੈਣ ਭਰਾ ਦਾ ਰਿਸ਼ਤਾ ਖਰਾਬ ਕਰ ਰਹੀ ਹੈ। ਇਹੋ ਜਿਹੀਆਂ ਔਰਤਾਂ 'ਤੇ ਵਿਸ਼ਵਾਸ ਨਹੀਂ ਕਰੀਦਾ ਹੁੰਦਾ, ਤੁਹਾਨੂੰ ਇਹੋ ਜਿਹੀਆਂ ਔਰਤਾਂ ਦੀ ਖਬਰ ਹੀ ਨਹੀਂ ਲਗਾਉਣੀ ਚਾਹੀਦੀ। ਇਹ ਭੈਣ ਭਰਾ ਦਾ ਰਿਸ਼ਤੇ ਨੂੰ ਦਾਗਦਾ ਕਰ ਰਹੀ ਹੈ। ਇੱਕ ਪਾਸੇ ਉਹਨੂੰ ਹਜ਼ਾਰਾਂ ਗਾਲਾਂ ਕੱਢਦੀ ਹੈ, ਇੱਕ ਪਾਸੇ ਕਦੀ ਆ ਕੇ ਕਹਿੰਦੀ ਹੈ ਕਿ ਉਹਦਾ ਮੁੰਡਾ ਮੇਰੇ ਕੋਲ 100 ਰੁਪਇਆ ਲੈਂਦਾ ਅਤੇ ਮੈਂ ਉਹਨੂੰ ਨਕਾਰਤਾ। ਮਤਲਬ ਬੜੇ ਇਹੋ ਜਿਹੇ ਨੇ ਲਫ਼ਜ਼ ਬੋਲੇ ਨੇ ਜੋ ਮੈਂ ਬੋਲ ਕੇ ਆਪਣਾ ਮੂੰਹ ਗੰਦਾ ਨਹੀਂ ਕਰਨਾ ਚਾਹੁੰਦਾ। ਔਰ ਰਹੀ ਗੱਲ ਸ਼ਿਵ ਸੈਨਾ ਦੇ ਵਿੱਚ, ਸੂਰੀ ਸਾਹਿਬ ਦੀ ਪਾਰਟੀ ਦੇ ਵਿੱਚ, ਟਕਸਾਲੀ ਦੇ ਵਿੱਚ ਉਹਨੂੰ ਅੱਛਾ ਮਾਹੌਲ ਨਹੀਂ ਮਿਲਿਆ ਜੋ ਤੁਸੀਂ ਕਹਿ ਰਹੇ ਹੋ। ਉਹ ਮਾਹੌਲ ਅੱਛਾ ਤਾਂ ਹੀ ਨਹੀਂ ਮਿਲਦਾ ਕਿਉਂਕਿ ਇਹਦਾ ਜਿਹੜਾ ਵਪਾਰ ਹੈ, ਜਿਹੜਾ ਇਹਦਾ ਧੰਦਾ ਹੈਗਾ ਰਾਤ ਦਾ, ਇਹਦਾ ਧੰਦਾ ਵਪਾਰ ਦਾ, ਇਹ ਕੀ ਹੋਟਲਾਂ 'ਚ ਮੀਆਂ ਬੀਬੀ ਸਪਲਾਈ ਕਰਦੇ ਨੇ, ਮੇਰੀ ਅੱਜ ਵੀ ਸਮਝ 'ਚ ਨਹੀਂ ਆਇਆ। ਮੇਰੇ ਖਿਆਲ 'ਚ ਮੈਂ ਸਮਝਣਾ ਵੀ ਨਹੀਂ ਚਾਹੁੰਦਾ ਇਹੋ ਜਿਹੇ ਗੰਦ ਨੂੰ। ਜੇ ਉਹਨਾਂ ਕੰਮਾਂ ਵਾਸਤੇ ਜੇ ਮੈਨੂੰ ਇਹ ਯੂਜ਼ ਕਰਨਾ ਚਾਹੇਗੀ ਤੇ ਮੈਂ ਇਹੋ ਜਿਹੇ ਕੰਮ ਦੇ ਕਦੀ ਵੀ ਪਿੱਛੇ ਨਹੀਂ ਜਾਂਦਾ। ਹਾਂ, ਇਹਦੇ 'ਤੇ ਉਂਝ ਕੋਈ ਪ੍ਰੋਬਲਮ ਆਏਗੀ, ਚਾਹੇ ਮੇਰੇ ਬਰਖਲਾਫ ਵੀ ਬੋਲ ਰਹੀ ਹੈ, ਫਿਰ ਵੀ ਮੇਰੇ ਕੋਲ ਆਏਗੀ ਤੇ ਮੈਂ ਫਿਰ ਵੀ ਇਹਦੀ ਜ਼ਰੂਰ ਹੈਲਪ ਕਰਾਂਗਾ। ਮੇਰੇ ਕੋਲ ਜ਼ਰੂਰ ਆਈ ਸੀ ਇਹ, ਔਰ ਇਹਨੇ ਉਸ ਵੇਲੇ ਮੈਨੂੰ ਕਿਹਾ ਸੀ ਕਿ ਰਕੇਸ਼ ਭਸੀਨ ਨੇ ਮੇਰੇ ਕੋਲੋਂ 50,000 ਰੁਪਏ ਦੀ ਡਿਮਾਂਡ ਕੀਤੀ ਹੈ। ਮੈਂ ਕਿਹਾ ਕਿਸ ਵਾਸਤੇ ਡਿਮਾਂਡ ਕੀਤੀ ਹੈ? ਤਾਂ ਕਿ ਇਹ ਉਹਦੇ 'ਤੇ ਆਪਣਾ ਸੁਭਾਸ਼ ਸਹਿਗਲ ਦੇ ਉੱਪਰ ਇੱਕ FIR ਦਰਜ ਕਰਵਾਉਣੀ ਹੈ ਕਿ ਇਹਦਾ ਲੜਕਾ ਦੁਬਈ ਦੇ ਵਿੱਚ ਉਹਨੇ ਭੇਜਿਆ ਸੀ ਅਤੇ ਉਹਦੇ 'ਤੇ ਹੋਇਆ। ਕਿ ਮੈਨੂੰ ਉਸ ਵੇਲੇ ਨਹੀਂ ਸੀ ਪਤਾ, ਔਰ ਸੁਭਾਸ਼ ਸਹਿਗਲ ਨੂੰ ਮੈਂ ਬੁਲਾਇਆ, ਪੂਰੀ ਗੱਲ ਮੈਂ ਸੁਣੀ ਸੁਭਾਸ਼ ਸਹਿਗਲ ਦੀ, ਇਹਨੂੰ ਵੀ ਆਮੋ ਸਾਹਮਣੇ ਵੀ ਬਿਠਾਇਆ, ਇਹਨਾਂ ਦੀ ਗੱਲ ਕਰਾਈ। ਲੇਕਿਨ ਸੁਭਾਸ਼ ਸਹਿਗਲ ਨੂੰ ਮੈਨੂੰ ਅੱਛੀ ਤਰ੍ਹਾਂ ਨਹੀਂ ਮੈਂ ਉਹਨੂੰ ਵਾਚ ਸਕਿਆ ਅਤੇ ਮੈਂ ਉਹਦੇ 'ਤੇ ਕਮਿਸ਼ਨਰ ਸਾਹਿਬ ਨੂੰ ਸਿਫਾਰਿਸ਼ ਕਰਕੇ, DCP ਸਾਹਿਬ ਨੂੰ ਸਿਫਾਰਿਸ਼ ਕਰਕੇ ਉਹਦੇ 'ਤੇ FIR ਦਰਜ ਕਰਾਤੀ। ਲੇਕਿਨ ਜਦੋਂ ਮੈਨੂੰ ਸਾਰਾ ਚੀਜ਼ ਦਾ ਪਤਾ ਲੱਗਾ ਕਿ ਇਹ ਤੇ 2,50,000 ਰੁਪਇਆ ਜਿਹੜਾ ਰੌਲਾ ਪਾਉਂਦੀ ਵੀ ਹੈ ਕਿ ਮੇਰੇ ਬੇਟੇ ਦਾ ਹੈਗਾ ਵੇ, ਉਹ 2,50,000 ਰੁਪਇਆ ਇਹ ਕਿਸੇ ਦੂਜੀ ਪਾਰਟੀ ਕੋਲੋਂ ਪੈਸੇ ਲੈ ਬੈਠੀ ਹੈ, ਔਰ ਉਹ ਪਾਰਟੀ ਵਾਲੇ ਇਹਨੂੰ ਪੈਸੇ ਦੇ ਕੇ ਸਾਰਾ ਕੰਮ ਕਰਵਾ ਰਹੇ ਨੇ, ਖਰਚਾ ਕਰ ਰਹੇ ਨੇ ਤਾਂ ਕਿ ਸੁਭਾਸ਼ ਸਹਿਗਲ ਕੌਂਸਲਰ ਦੇ ਇਲੈਕਸ਼ਨ ਲੜਦੇ ਨੇ ਜਾਂ ਸਮਾਜ ਦੇ ਵਿੱਚ ਸੁਭਾਸ਼ ਸਹਿਗਲ ਦੀ ਛਵੀ ਖਰਾਬ ਹੋ ਜਾਵੇ। ਲੱਗਦਾ ਨਹੀਂ ਇੱਦਾਂ ਸ਼ਿਵ ਸੈਨਾ ਦਾ ਨਾਮ ਖਰਾਬ ਹੁੰਦਾ, ਕਿੱਦਾਂ ਧੜੇਬਾਜ਼ੀਆਂ ਹੋ ਗਈਆਂ ਵਾ, ਬਿਲਕੁਲ ਕੁਝ ਵੀ ਹੋ ਗਈਆਂ, ਅੱਜ ਇੱਕ ਦੂਸਰੇ ਧੜੇਬਾਜ਼ੀ ਦੇ ਉੱਪਰ ਨਾਮ ਲਗਾਏ ਜਾ ਰਹੇ। ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ। ਅੱਛੀ ਗੱਲ ਤੁਸੀਂ ਕੀਤੀ ਕਿ ਸ਼ਿਵ ਸੈਨਾ ਆਪਸ 'ਚ ਲੜਦੀ ਪਈ ਹੈ, ਲੇਕਿਨ ਉਹਦਾ ਕਾਰਨ ਲੜਾਈ ਦਾ ਕੀ ਹੈਗਾ? ਇਹੋ ਜਿਹੇ ਕੁਛ ਲੋਕ ਹੁੰਦੇ ਨੇ ਜਿਹੜੇ ਗੰਦੇ ਹੁੰਦੇ ਨੇ, ਜਿਹੜੇ ਆਪਣੀਆਂ ਆਦਤਾਂ ਤੋਂ ਮਜਬੂਰ ਹੁੰਦੇ ਨੇ, ਜਿਹੜੇ ਰੱਖੜੀ ਨੂੰ ਵੀ ਦਾਗ ਕਰਦੇ ਨੇ। ਜਦੋਂ ਰੱਖੜੀ ਬਣਵਾ ਲਈ, ਭੈਣ ਭਰਾ ਬਣ ਗਏ, ਮੁੜ ਕੇ ਉਹਨੂੰ ਗਾਲਾਂ ਕੱਢਤੀਆਂ। DCP ਸਾਹਿਬ ਕੋਲ ਮੇਰੇ ਨਾਲ ਪੇਸ਼ ਹੋ ਗਏ, ਉਹਦੇ 'ਤੇ ਪਰਚੇ ਤੱਕਣ ਦੀ ਡਿਮਾਂਡ ਕਰਤੀ, ਉਹਦੇ ਸਾਰੇ ਲੂਪ ਹੋਲ ਦੱਸਦੇ ਕਿ ਉਹਨੇ ਗੋਲੀ ਕਿੱਥੋਂ ਚਲਾਈ ਸੀ। ਇਹੋ ਜਿਹੇ ਉਹਨੇ ਲਫ਼ਜ਼ ਬੋਲ ਦਿੱਤੇ ਜੋ ਮੈਂ ਨਹੀਂ ਦੱਸਣਾ ਚਾਹੁੰਦਾ। ਔਰ ਮੈਂ ਵੀ ਕੋਈ ਇਹਨੂੰ ਤਵੱਜੋ ਨਹੀਂ ਦਿੱਤੀ ਕਿਉਂਕਿ ਮੇਰਾ ਕੋਈ ਪਸੀਨਾ ਕੋਈ ਝਗੜਾ ਨਹੀਂ। ਸਾਡਾ ਉਹ ਸ਼ਿਵ ਸੈਨਾ ਦਾ ਔਰ ਹਿੰਦੂ ਧਰਮ ਦਾ, ਸਨਾਤਨ ਧਰਮ ਦਾ ਸਾਡਾ ਭਰਾ ਹੈਗਾ, ਉਹ ਭਰਾ ਰਹੇਗਾ, ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਹੈਗੀ। ਲੇਕਿਨ ਕੁਛ ਇਹੋ ਜਿਹੇ ਲੋਕ ਹੁੰਦੇ ਨੇ ਜਿਹੜੇ ਮਾਹੌਲ ਖਰਾਬ ਕਰਦੇ ਨੇ। ਮੈਂ ਹਿੰਦੂਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਇੱਦਾਂ ਦੇ ਬਿਆਨਬਾਜ਼ੀ ਤੋਂ ਬਾਅਦ ਸਾਡੇ ਹਿੰਦੂ ਧਰਮ ਵਿੱਚ
ਗਲਤ ਬਿਆਨਬਾਜ਼ੀ ਦੇ ਨਾਲ ਦੇਖੋ ਅਸਰ ਪੈ ਰਿਹਾ। ਮੈਂ ਸਨਾਤਨ ਧਰਮ ਨੂੰ, ਹਿੰਦੂਆਂ ਨੂੰ ਇਹੋ ਹੀ ਰਿਕੁਐਸਟ ਕਰਾਂਗਾ ਹੱਥ ਜੋੜ ਕੇ ਕਿ ਇਹਨਾਂ ਲੋਕਾਂ ਨੂੰ, ਇਹੋ ਜਿਹੇ ਜਿਹੜੇ ਲੋਕ ਨੇ, ਇਹੋ ਜਿਹੇ ਚਾਹੇ ਔਰਤਾਂ ਨੇ ਚਾਹੇ ਉਹ ਬੰਦੇ ਨੇ, ਇਹਨਾਂ ਤੋਂ ਪਰਹੇਜ਼ ਕੀਤਾ ਜਾਵੇ। ਇਹਨਾਂ ਨੂੰ ਪਾਸੇ ਰੱਖ ਕੇ ਪਾਰਟੀਆਂ ਚਲਾਈਆਂ ਜਾਣ, ਕਿਉਂਕਿ ਅਸੀਂ ਸਮਾਜ ਦਾ ਕੰਮ ਕਰਨ ਵਾਲੇ ਆ, ਸਮਾਜ ਵਿਤਰਨ ਵਾਲੇ ਬੰਦੇ ਹੈਗੇ ਆ, ਜ਼ਬਾਨ ਦੇਣ ਵਾਲੇ ਬੰਦੇ ਆ ਕਿ ਆਪਾਂ ਉਹ ਕੰਮ ਕਰਦੇ ਆ ਜੋ ਸਮਾਜ ਨੂੰ ਗੰਦਾ ਨਾ ਕਰ ਸਕੇ। ਜੇ ਅਸੀਂ ਵੀ ਉਹੋ ਜਿਹਾ ਕੰਮ ਕਰਾਂਗੇ ਫਿਰ ਸਾਡੇ 'ਚ ਤੇ ਅੱਤਵਾਦੀਆਂ 'ਚ ਤਾਂ ਕੋਈ ਫਰਕ ਹੀ ਨਹੀਂ ਰਹਿ ਜਾਏਗਾ। ਉਹ ਵੀ ਸਮਾਜ ਨੂੰ ਗੰਦਾ ਕਰ ਰਿਹਾ, ਅਸੀਂ ਵੀ ਸਮਾਜ ਨੂੰ ਗੰਦਾ ਕਰ ਰਿਹਾ। ਇਹ ਲੇਡੀ ਜਿਹੜੀ ਇਹ ਸਮਾਜ ਨੂੰ ਗੰਦਾ ਕਰ ਰਹੀ ਹੈ, ਇਹ ਦੂਜੀਆਂ ਪਾਰਟੀਆਂ ਨੂੰ ਗੁੰਮਰਾਹ ਕਰਕੇ ਹਿੰਦੂਆਂ ਨੂੰ ਲੜਾਉਣਾ ਚਾਹੁੰਦੀ ਹੈ, ਇੱਕ ਦੂਜੇ ਦਾ ਸਿਰ ਪੜਵਾਉਣਾ ਚਾਹੁੰਦੀ ਹੈ। ਮੈਂ ਪ੍ਰਸ਼ਾਸਨ ਨੂੰ ਅਪੀਲ ਕਰਾਂਗਾ ਇਹਦੇ 'ਤੇ FIR ਹੈ, ਉਹ ਇਹਨੂੰ ਜਲਦ ਤੋਂ ਜਲਦ ਇਹਨੂੰ ਗ੍ਰਿਫਤਾਰ ਕੀਤਾ ਜਾਵੇ। ਜੇ ਪ੍ਰਸ਼ਾਸਨ ਨੇ ਕੱਲ੍ਹ ਸਵੇਰ ਤੱਕ ਇਹਨੂੰ ਗ੍ਰਿਫਤਾਰ ਨਾ ਕੀਤਾ, ਕੱਲ੍ਹ 1 ਵਜੇ ਅਸੀਂ ਆਪਣੇ ਨੈਸ਼ਨਲ ਸ਼ੋਪਿੰਗ ਕੰਪਲੈਕਸ ਤੋਂ ਸ਼ਿਵ ਸੈਨਾ ਭਵਨ ਤੋਂ ਚੱਲ ਕੇ ਭਰਾਵਾਂ ਦੇ ਢਾਬੇ ਕੋਤਵਾਲੀ ਥਾਣੇ ਦੇ ਬਾਹਰ ਰੋਜ਼ ਪ੍ਰਦਰਸ਼ਨ ਕਰਾਂਗੇ ਔਰ ਉਨੀ ਦੇ ਨਹੀਂ ਉਠਾਂਗੇ ਜਿੰਨੀ ਦੇ ਇਹਦੀ ਗ੍ਰਿਫਤਾਰੀ ਨਹੀਂ ਹੋਏਗੀ। ਇਹ ਅਟਲ ਹੈ, ਇਹਨੂੰ ਹੁਣ ਚਾਹੇ ਕੋਈ ਵੀ ਫੋਨ ਕਰੇ, ਚਾਹੇ ਪ੍ਰਸ਼ਾਸਨ ਫੋਨ ਕਰੇ, ਇਹਨੂੰ ਨਹੀਂ ਰੋਕਿਆ ਜਾਏਗਾ। ਅਸੀਂ ਜਾਵਾਂਗੇ, ਇਹਦਾ ਮਤਲਬ ਅਸੀਂ ਜਾਵਾਂਗੇ ਔਰ ਉਹ ਪੂਰੀ ਤਿਆਰੀ ਹੈ ਔਰ ਇਹਦੀ ਗ੍ਰਿਫਤਾਰੀ ਜ਼ਰੂਰੀ ਹੈ। ਔਰ ਜਿਹੜਾ ਸਮਾਜ ਹੈ, ਜਿਹੜਾ ਐਸੀ ਸਮਾਜ ਹੈ, ਉਹ ਸਾਡਾ ਭਰਾ ਵੇ, ਸਾਡਾ ਵਿੰਗ ਹੈ, ਸਾਡਾ ਅੰਗ ਹੈ, ਸਾਡਾ ਸਰੀਰਿਕ ਤੌਰ 'ਤੇ ਅਸੀਂ ਜ਼ਰੂਰ ਦੋਵਾਂ, ਲੇਕਿਨ ਸਾਡੀਆਂ ਆਤਮਾ ਸਾਰਿਆਂ ਦੀਆਂ ਇੱਕ ਹੈ। ਅਸੀਂ ਉਹਨਾਂ ਦੇ ਨਾਲ ਖੜ੍ਹੇ ਹਾਂ, ਹਰ ਮੋੜ 'ਤੇ, ਹਰ ਜਗ੍ਹਾ 'ਤੇ, ਜਿੱਥੇ ਵੀ ਲੋੜ ਪਏਗੀ ਸੂਰੀ ਉਹਨਾਂ ਦੇ ਨਾਲ ਖੜ੍ਹਾ। ਔਰ ਜਿਹੜੇ ਬੰਦੇ ਨੇ ਇਹ ਲਫ਼ਜ਼ ਕਹੇ ਨੇ ਕਿ ਸੂਰੀ ਦੇ ਉੱਪਰ SC ਐਕਟ ਦਾ ਪਹਿਲਾਂ ਵੀ ਪਰਚਾ ਹੈਗਾ, ਠੀਕ ਹੈ, ਮੇਰੇ 'ਤੇ SC ਦਾ ਪਰਚਾ ਹੈਗਾ, ਲੇਕਿਨ ਉਹ ਸੈਸ਼ਨ ਕੋਰਟ ਦੇ ਵਿੱਚ ਕੇਸ ਚੱਲ ਰਿਹਾ। ਕੋਰਟ ਮੈਨੂੰ ਬਾਜ਼ਿਤ ਬਰੀ ਕਰਦੀ ਹੈ ਜਾਂ ਮੈਨੂੰ ਦੋਸ਼ੀ ਕਰਾਰ ਕਰਦੀ ਹੈ, ਉਹ ਫਿਰ ਪਤਾ ਲੱਗੇਗਾ। ਔਰ ਮੈਨੂੰ ਕੋਰਟ ਦੇ ਉੱਪਰ ਪੂਰਾ ਵਿਸ਼ਵਾਸ ਹੈ, ਮੈਂ ਬਾਜ਼ਿਤ ਬਰੀ ਹੋਵਾਂਗਾ, ਕਿਉਂਕਿ ਉਹਦੇ 'ਚ ਮੈਂ ਕਿਸੇ ਨੂੰ ਕੁਛ ਨਹੀਂ ਕਿਹਾ। ਜੇ ਇੱਕ ਦਲਿਤ ਲਫ਼ਜ਼ ਯੂਜ਼ ਕੀਤਾ ਗਿਆ, ਉਹ ਦਲਿਤ ਲਫ਼ਜ਼ ਯੂਜ਼ ਕਰਨਾ ਕੋਈ ਗੁਨਾਹ ਨਹੀਂ। ਦੂਸਰਾ ਲਫ਼ਜ਼ ਮੈਂ ਯੂਜ਼ ਕਰਦਾ ਤੇ ਮੈਂ ਹੋ ਸਕਦਾ ਮੈਂ ਗਿਲਟੀ ਹੁੰਦਾ, ਮੇਰੇ 'ਤੇ FIR ਠੀਕ ਸੀਗੀ, ਲੇਕਿਨ ਦਲਿਤ ਹੋਣ ਦੇ ਨਾਤੇ ਮੇਰੇ 'ਤੇ FIR ਦਰਜ ਕੀਤੀ ਗਈ। ਉਹ ਕੋਰਟ ਦੇਖੇਗਾ, ਕੋਰਟ ਮੈਟਰ ਹੈ, ਮੈਂ ਉਹਦੇ 'ਤੇ ਕੁਛ ਨਹੀਂ ਕਹਿਣਾ ਚਾਹੁੰਦਾ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਮੇਰਾ ਨਾਮ ਪੂਜਾ ਅਰੋੜਾ ਹੈ, ਮੈਂ ਸ਼ਿਵ ਸੈਨਾ ਸੂਰਯਵੰਸ਼ੀ ਦੀ ਪ੍ਰੈਜ਼ੀਡੈਂਟ ਹਾਂ। ਹਾਂਜੀ, ਕੀ ਮੈਟਰ ਕੀ ਹੋਇਆ ਜੀ ਕਿ ਕਤਵਾਲੀ ਥਾਣੇ ਦਾ? ਮੈਟਰ ਇਸ ਤਰ੍ਹਾਂ ਹੋਇਆ ਸੀ ਕਿ ਮੇਰੇ ਘਰ ਨਾਲ ਥੋੜ੍ਹਾ ਜਿਹਾ ਝਗੜਾ ਹੋ ਗਿਆ ਸੀ ਅਤੇ ਮੈਂ ਕਤਵਾਲੀ ਥਾਣੇ 181 'ਤੇ ਕੰਪਲੇਂਟ ਕੀਤੀ ਸੀ। ਸੁਵਿਧਾ ਸੈਂਟਰ 'ਚੋਂ ਮੈਨੂੰ ਮਤਲਬ ਕਿ ਫੋਨ ਆ ਰਿਹਾ ਸੀ ASI ਅਵਤਾਰ ਸਿੰਘ ਜੀ ਦਾ ਕਿ ਤੁਸੀਂ ਆਓ ਆਪਣੇ ਬਿਆਨ ਦਿਓ। ਅਤੇ ਮੈਂ ਉੱਥੇ ਆਪਣੀ ਸਿਸਟਰ ਨਾਲ, ਲక్ష్ਮੀ ਜੀ ਨਾਲ, ਅਤੇ ਆਪਣੇ ਮੈਂ ਕਹਿੰਦੀ ਹਾਂ ਸਰ ਨਾਲ, ਰਕੇਸ਼ ਭਸੀਨ ਜੀ ਨਾਲ, ਅਤੇ ਇੱਕ ਮੇਰੇ ਨਾਲ ਸੋਨੀਆ ਮੈਡਮ ਸੀ। ਆਪਾਂ ਤਿੰਨੋਂ ਜਣੇ ਚਲੇ ਗਏ। ਆਪਾਂ ਕਿਹਾ ਚਲੋ ਉੱਥੇ ਬਿਆਨ ਦੇ ਕੇ ਆਉਂਦੇ ਹਾਂ। ਅਤੇ ਉੱਥੇ ਮੇਰਾ ਹਸਬੈਂਡ ਨਾਲ ਰਜੇਸ਼ ਕੁਮਾਰ ਟੱਫੀ ਗਾ ਸੀ, ਉਹਦੇ ਨਾਲ ਆਇਆ। ਅਤੇ ਉਹਦੇ ਨਾਲ ਉਹ ਨਾ ਮੈਨੂੰ ਗੱਲ ਨਹੀਂ ਸੀ ਕਰਨ ਡੇ ਰਿਹਾ ਆਪਣੇ ਹਸਬੈਂਡ ਦੇ ਨਾਲ ਕਿ ਮੈਂ ਕਿਹਾ ਜੇਕਰ ਸਾਡੀ ਆਮਣੇ ਸਾਹਮਣੇ ਬਹਿ ਕੇ ਗੱਲ ਹੋਊਗੀ ਤਾਂ ਫੇਰ ਹੀ ਸਾਡੀ ਮੁੱਕੇਗੀ, ਅਸਾਂ ਤਾਂ ਮੁੱਕਣੀ ਨਹੀਂ। ਉਹਨੂੰ ਬਾਰ ਬਾਰ ਇਸ਼ਾਰੇ ਕਰੀ ਜਾ ਰਿਹਾ ਸੀ, ਬਾਹਰ ਆ ਜਾ ਸੋਨੂੰ, ਬਾਹਰ ਆ ਜਾ। ਉਹਨੂੰ ਮਤਲਬ ਕਿ ਡਰਾ ਰਿਹਾ ਸੀ ਕਿ ਬਾਬਾ ਜੀ ਦਾ ਫੋਨ ਆ ਰਿਹਾ, ਬਾਹਰ ਆ ਜਾ। ਅਤੇ ਇਸ ਕਰਕੇ ਮੈਂ ਆਪਣੇ ਹਸਬੈਂਡ ਨੂੰ ਕਿਹਾ, ਮੇਰੇ ਨਾਲ ਤੂੰ ਗੱਲ ਤੇ ਕਰ ਖੜੇ ਹੋ ਕੇ, ਮੇਰੇ ਨਾਲ ਗੱਲ ਕਰੇਂਗਾ ਫੇਰ ਹੀ ਮੁੱਕਣੀ ਆ। ਅਤੇ ਟੱਫੀ ਨੇ ਉਹਨੂੰ ਆਉਣ ਨਹੀਂ ਦਿੱਤਾ। ਮੈਂ ਉਹਨੂੰ ਬਸ ਇੰਨੀ ਗੱਲ ਹੀ ਕਹੀ ਹੈ ਕਿ ਤੂੰ ਨਾ ਸ਼ਰਾਬ ਦਾ ਆਦੀ ਹੈਗਾ। ਮੈਂ ਬਸ ਹੋਰ ਮੈਂ ਕੋਈ ਇਹੋ ਜਿਹਾ ਲਫ਼ਜ਼ ਜਾਤੀ ਸੂਚਕ ਨਹੀਂ ਬੋਲਿਆ, ਜਦ ਕਿ ਮੈਨੂੰ ਪਤਾ ਵੀ ਨਹੀਂ ਸੀ ਕਿ ਉਹ ਇਸ ਬਰਾਦਰੀ ਨੂੰ ਬਿਲੋਂਗ ਕਰਦਾ। ਨਾਮ ਲਗਾਏ ਜਾ ਰਹੇ, ਤੁਸੀਂ ਗਲਤ ਭਾਸ਼ਾ ਵਰਤੀ ਹੈ ਜੀ। ਨਹੀਂ, ਮੈਂ ਕੋਈ ਇਹੋ ਜਿਹੀ ਭਾਸ਼ਾ ਵਰਤੀ ਨਹੀਂ, ਉੱਥੇ ਐਸੇ ਮੌਜੂਦ ਸੀ। ਸਿਰਫ ਤੂੰ ਮੈਂ ਜ਼ਰੂਰ ਹੋਈ ਹੈ ਸਾਡੀ। ਮੈਂ ਐਸੀ ਸਮਾਜ ਦਾ ਸਤਿਕਾਰ ਕਰਦੀ ਹਾਂ। ਐਸੀ ਸਮਾਜ ਦੀ ਸਾਰੀਆਂ ਫਰੈਂਡਸ ਮੇਰੀਆਂ ਆਪਣੀਆਂ ਵੈ। ਮੈਂ ਭੈਣਾਂ ਨਾਲ ਵਿਚਰਦੀ ਹਾਂ, ਜਾਂਦੀ ਆਉਂਦੀ ਹਾਂ। ਮੈਂ ਕਦੀ ਇਹੋ ਜਿਹਾ ਮੈਂ ਕਹਿੰਦੀ ਹਾਂ ਮਾਹੌਲ ਹੀ ਨਹੀਂ ਬਣਾਇਆ ਕਿ ਮੈਂ ਉਹਨਾਂ ਨੂੰ ਕੋਈ ਜਾਤੀ ਸੂਚਕ ਸ਼ਬਦ ਬੋਲਾਂ। ਨਾਮ ਕਿਉਂ ਲਗਾਏ ਜਾ ਰਹੇ? ਮੇਰਾ ਮੇਰਾ ਇਸ ਕਰਕੇ ਕਿਉਂਕਿ ਮੈਂ ਸੂਰੀ ਸਾਹਿਬ ਦੀ ਸੰਗਠਨ 'ਚ ਸੀ। ਇਹ ਮੈਨੂੰ ਮੰਗ ਕਰਦੇ ਸੀ ਕਦੀ 11,000 ਦੀ ਪਰਚੀ ਕਟਾ, ਕਦੀ 21,000 ਦੀ ਪਰਚੀ ਕਟਾ, ਕਦੀ ਮਤਲਬ 2100 ਰੁਪਈਆ ਦੇ। ਮੇਰੇ ਕੋਲ ਇਹ ਸਭ ਕੁਝ ਹੁੰਦਾ ਨਹੀਂ ਸੀ। ਕਹਿੰਦੇ ਸੀ 1000 ਰੁਪਇਆ ਮਹੀਨਾ ਸਾਨੂੰ ਦੇਣਾ ਹੀ ਦੇਣਾ ਵੈ। ਤੂੰ 1000 ਰੁਪਇਆ ਮਹੀਨਾ, ਦੇਖੋ ਸਰ ਮੇਰੇ ਕੋਲ 1000 ਰੁਪਇਆ ਮਹੀਨਾ ਰੋਟੀ ਖਾਣ ਨੂੰ ਹੋਏਗਾ, ਮੈਂ ਇਹਨਾਂ ਨੂੰ ਕਿੱਥੇ ਦੇਵਾਂਗੀ, ਪਰਚੀ ਕਟਾਵਾਂਗੀ। ਮੁझे ਲੱਗਦਾ ਨਹੀਂ ਹੈ ਪਹਿਲਾਂ ਇੱਕ ਪਾਰਟੀ ਛੱਡ ਕੇ ਦੂਸਰੀ ਪਾਰਟੀ ਜਾਗਦੀ ਬੜੇ ਪਹਿਲਾਂ ਖੁਸ਼ ਸੀ, ਅੱਜ ਤੁਸੀਂ ਉਹੀ ਪਾਰਟੀ ਦੇ ਖਿਲਾਫ ਬੋਲ ਰਹੇ ਸਰ ਮੈਂ ਨਾ ਇੱਥੇ ਮੇਰਾ ਥੋੜ੍ਹਾ ਜਿਹਾ ਮਤਲਬ ਕਿ ਮਤਭੇਦ ਭਾਵ ਹੋ ਗਿਆ ਸੀ। ਅਤੇ ਮੈਨੂੰ ਕੋਈ ਬੰਦਾ ਸੀ ਵਿਕਰਮ ਗੰਗੋਤਰਾ, ਉਹ ਮੈਨੂੰ ਲੈ ਗਿਆ ਸੀ ਕਿ ਚਲਾ ਮੈਂ ਤੈਨੂੰ ਬਾਬਾ ਜੀ ਨਾਲ ਮਿਲਾਨਾ ਵਾ। ਲੇਕਿਨ ਮੈਂ ਇਹਨਾਂ ਨੂੰ ਜਾਣਦੀ ਵੀ ਨਹੀਂ ਸੀ ਕਿਉਂਕਿ ਮੈਂ ਇਹਨਾਂ ਦੀ ਪਾਰਟੀ 'ਚ ਕਦੀ ਅੱਜ ਤੱਕ ਨਹੀਂ ਗਈ। ਉਹ ਵੀ ਤੁਹਾਡੇ ਖਿਲਾਫ ਬੋਲਦਾ ਪਿਆ, ਉਹ ਵੀ ਕਹਿੰਦਾ ਪਰਚਾ ਦਰਜ ਹੋਣਾ ਚਾਹੀਦਾ। ਹਾਂ, ਅਤੇ ਉਹ ਤਾਂ ਹੁਣ ਬੋਲੇਗਾ ਹੀ ਕਿਉਂਕਿ ਉਹ ਕਹਿੰਦਾ ਸੀ ਰਕੇਸ਼ ਭਸੀਨ ਜੀ ਨਾਲ ਤੂੰ ਨਹੀਂ ਬੁਲਾਉਣਾ। ਅਤੇ ਜੇ ਸਰ ਮੈਂ ਇਹਨਾਂ ਨੂੰ ਰੱਖੜੀ ਬੰਨ੍ਹਦੀ ਹਾਂ, ਮੇਰੇ ਬ੍ਰਦਰ ਲੱਗੇ ਆ, ਮੈਂ ਕਿਸ ਤਰ੍ਹਾਂ ਛੱਡ ਸਕਦੀ ਹਾਂ। ਉਹ ਕਹਿੰਦਾ ਸੀ ਜੇ ਤੂੰ ਰਕੇਸ਼ ਵੱਲ ਚਲੀ ਗਈ ਨਾ ਤਾਂ ਮੈਂ ਤੇਰੇ ਬਰਖਲਾਫ ਹੋਈ ਨਾ। ਉਹਦਾ ਮੈਟਰ ਤਾਂ ਸਿਰਫ ਰਕੇਸ਼ ਭਸੀਨ ਨੂੰ ਬਰਬਾਦ ਕਰਨਾ, ਸਿਰਫ ਹੋਰ ਕੁਛ ਨਹੀਂ ਗਾ। ਅਤੇ ਉਹ ਇਸ ਕਰਕੇ ਰਕੇਸ਼ ਭਸੀਨ ਸ਼ਿਵ ਸੈਨਾ ਨਾਮ ਦੇ ਪਾਰਟੀ ਦੇ ਧੜੇਬਾਜ਼ੀਆਂ ਚੱਲਦੀਆਂ ਵੀ ਉਹਨਾਂ ਦਾ ਨਾਮ ਖਰਾਬ ਹੁੰਦਾ ਜੀ। ਕਿੰਨਾ ਤਾਂ ਸ਼ਿਵ ਸੈਨਾ ਦਾ ਨਾਮ ਖਰਾਬ ਹੁੰਦੇ ਲੱਗਦਾ ਹੈ ਕਿਦਾਂ ਹੁਣ ਤੁਹਾਡੇ ਬਿਆਨਬਾਜ਼ੀ ਚੱਲਦੇ ਪਏ ਕਿ ਤੁਸੀਂ ਮੀਆਂ ਬੀਬੀ ਅੱਜ ਫਿਰ ਇਕੱਠੇ ਹੋ ਗਏ ਹੋ ਹਾਂਜੀ। ਤੇ ਇਦਾਂ ਹੁਣ ਧੜੇਬਾਜ਼ੀਆਂ ਦੇ ਉੱਪਰ ਨਾਮ ਲੱਗਦੇ ਪਏ ਆ, ਤੁਸੀਂ ਉਹਨੂੰ ਕਿੱਦਾਂ ਦੇਖਦੇ? ਸਰ ਜੀ ਬੜਾ ਗਲਤ। ਮੈਂ ਤੇ ਇਹਨਾਂ ਦੀ ਪਾਰਟੀ ਵਿੱਚ ਜਾ ਕੇ 1 ਹਫ਼ਤੇ ਵਿੱਚ ਦੇਖਿਆ ਕਿ ਇਹਨਾਂ ਦਾ ਵਾਤਾਵਰਨ ਕਿਸ ਤਰ੍ਹਾਂ ਦਾ ਹੈ।
ਸਰ ਮੈਨੂੰ ਵਾਤਾਵਰਨ ਬਿਲਕੁਲ ਚੰਗਾ ਨਹੀਂ ਲੱਗਾ ਤੇ ਮੈਂ ਤਾਂ ਉਸੇ ਟਾਈਮ ਪਾਰਟੀ ਨੂੰ ਸਾਈਡ ਤੇ ਕਰਤਾ, ਮੈਂ ਜਾਣਾ ਹੀ ਛੱਡਤਾ। ਹੁਣ ਕੀ ਮੰਗ ਕੀ ਕਰਦੇ? ਮੈਂ ਹੀ ਮੰਗ ਕਰਦੀ ਹਾਂ ਕਿ ਜੇਕਰ ਮੈਂ ਜਾਤੀ ਸੂਚਕ ਸ਼ਬਦ ਬੋਲਿਆ ਫਿਰ ਤੇ ਮੇਰੇ ਤੇ FIR ਠੀਕ ਹੈ, ਜੇਕਰ ਮੈਂ ਨਹੀਂ ਬੋਲੇ ਤੇ ਪ੍ਰਸ਼ਾਸਨ ਇਨਕੁਆਇਰੀ ਕਰਕੇ ਇਹਨੂੰ ਪਰਚੇ ਨੂੰ ਖਾਰਜ ਕਰੇ, ਕਿਉਂਕਿ ਮੈਂ ਸਮਾਜ ਵਿੱਚ ਵਿਚਰਦੀ ਹਾਂ, ਮੈਂ ਆਪਣੇ ਐਸੀ ਭਰਾਵਾਂ ਨਾਲ ਵਿਚਰਦੀ ਹਾਂ, ਇਹਨਾਂ ਵਿੱਚ ਬਹਿੰਦੀ ਖਲੋਂਦੀ ਹਾਂ। ਮੈਂ ਕਦੀ ਇਹੋ ਜਿਹਾ ਸ਼ਬਦ ਅੱਜ ਤੱਕ ਨਹੀਂ ਬੋਲਿਆ, ਕਿਉਂਕਿ ਮੈਨੂੰ ਪਤਾ ਹੈ ਕਿ ਇਹ ਮੇਰੇ ਭੈਣ ਭਰਾ ਹੈ ਤੇ ਮੈਂ ਇਹਨਾਂ ਨੂੰ ਇਸ ਤਰ੍ਹਾਂ ਸ਼ਬਦ ਕਿਸ ਤਰ੍ਹਾਂ ਬੋਲ ਸਕਦੀ ਹਾਂ। ਇਹ ਸਿਰਫ ਸੁਦੀਪ ਕੁਮਾਰ ਸੂਰੀ ਜੀ ਨੇ ਆਪਣੀ ਮੈਂ ਕਹਿੰਦੀ ਹਾਂ ਥੋੜ੍ਹੀ ਜਿਹੀ ਰੰਜਿਸ਼ ਕਾਰਨ ਮੇਰੇ ਤੇ FIR ਲੌਜ ਕਰਵਾਤੀ ਹੈ। ਮੈਂ ਪ੍ਰਸ਼ਾਸਨ ਕੋ ਮੰਗ ਕਰਦੀ ਹਾਂ ਕਿ ਮੇਰੀ FIR ਖਾਰਜ ਕੀਤੀ ਜਾਵੇ। ਮੈਂ ਇਸੇ ਸਮਾਜ ਦੇ ਭਰਾਵਾਂ ਦੇ ਨਾਲ। ਜੀ ਮੈਟਰ ਇਸ ਤਰ੍ਹਾਂ ਵਾ ਕਿ ਮੇਰਾ ਆਪਣੀ ਵਾਈਫ ਨਾਲ ਲੜਾਈ ਝਗੜਾ ਸੀ ਤੇ ਵਾਈਫ ਨੇ ਮੇਰੇ ਤੇ ਕੰਪਲੇਂਟ ਕੀਤੀ ਥਾਣਾ ਕਤਵਾਲੀ 'ਚ, ਤੇ 25/6 ਨੂੰ ਮੈਂ ਸ਼ਾਮ ਨੂੰ ਥਾਣਾ ਕਤਵਾਲੀ ਗਿਆ ਤੇ ਉੱਥੇ ਜੋ ਕਿ ਮੇਰੇ ਨਾਲ ਰਕੇਸ਼ ਕੁਮਾਰ ਟੱਫੀ ਨਾਲ ਗਏ ਤੇ ਮੇਰੀ ਵਾਈਫ ਨਾਲ ਮਾੜੀ ਮੋਟੀ ਬਹਿਸ ਹੋਈ ਇਹਨਾਂ ਦੀ, ਤੇ ਉਹਨਾਂ ਨੇ ਕੰਪਲੇਂਟ ਕਰਤੀ ਕਿ ਇਹਨੇ ਕਿ ਮੇਰੇ ਜਾਤੀ ਸੂਚਕ ਸ਼ਬਦ ਬੋਲੇ ਨੇ, ਜਦ ਕਿ ਉੱਥੇ ਕੋਈ ਇਹੋ ਜਿਹੀ ਗੱਲ ਨਹੀਂ ਹੋਈ, ਸਿਰਫ ਬਹਿਸ ਹੋਈ ਸੀ ਮਾੜੀ ਮੋਟੀ। ਕਿੰਨੇ ਨੇ ਕਿਤੇ ਕੀ ਨਾਮ ਹੈ ਸਰ? ਰਕੇਸ਼ ਟੱਫੀ, ਜੋ ਕਿ ਸੁਧੀਰ ਕੁਮਾਰ ਸੂਰੀ ਦੇ ਨਾਲ ਹੁੰਦੇ ਨੇ, ਤੇ ਉਹਨਾਂ ਨੇ ਮੇਰੇ ਨਾਲ ਜਾ ਕੇ ਮੇਰਾ ਦਾ ਕਲੇਸ਼ ਚੱਲਦਾ ਪਿਆ ਸੀ, ਉਹਨਾਂ ਨੇ ਮੈਨੂੰ ਦਬਾਅ ਪਾ ਕੇ ਸੁਧੀਰ ਕੁਮਾਰ ਸੂਰੀ ਜੀ ਨੇ ਤੇ ਇਹਦੇ ਉੱਪਰ SC ਐਕਟ ਦਾ ਪਰਚਾ ਦਰਜ ਕਰਾਉਣ ਲੱਗੇ। ਮੈਨੂੰ ਜਦੋਂ ਪਤਾ ਲੱਗਾ ਕਿ ਇਹ ਕੰਮ ਹੋ ਰਿਹਾ ਵਾ ਤੇ ਮੈਂ ਉਹਨਾਂ ਨੂੰ ਇਨਕਾਰ ਕੀਤਾ। ਉਹ ਕਹਿੰਦੇ ਜੇਕਰ ਤੂੰ ਨਹੀਂ ਬਿਆਨ ਦੇਗਾ ਤੇ ਆਪਾਂ ਤੇਰੇ ਤੇ ਝੂਠਾ ਪਰਚਾ ਕਰਾਂਗੇ। ਇਹ ਟਾਈਮ ਦੇ ਭਾਜੀ ਤੁਸੀਂ ਉਹਨਾਂ ਦੀ ਪਾਰਟੀ ਦੇ ਨਾਲ ਵੀ ਰਹਿ ਚੁੱਕੇ ਹੋ। ਹਾਂਜੀ, ਮੈਂ ਨਾਲ। ਤੁਸੀਂ ਦੋਨਾਂ ਜਿਹੜੇ ਸਰੋਪੇ ਵੀ ਪਵਾਏ ਸੀ। ਹਾਂਜੀ ਤੇ ਅੱਜ ਤੁਸੀਂ ਉਹਨਾਂ ਦੇ ਖਿਲਾਫ ਬਿਆਨਬਾਜ਼ੀ ਦੇ ਰਹੇ ਹੋ, ਕੀ ਕਾਰਨ ਕੀ ਹੈ? ਸਰ ਕਾਰਨ ਕੁਛ ਨਹੀਂ ਹੈ, ਬਸ ਇਹੋ ਹੀ ਹੈ ਕਿ ਜੋ ਕਿ ਇਹਨਾਂ ਨੇ ਮੇਰੇ ਵਾਈਫ ਦੇ ਉੱਪਰ ਝੂਠਾ ਪਰਚਾ ਪਾਉਣ ਦੀ ਕੋਸ਼ਿਸ਼ ਕੀਤੀ ਤੇ ਮੈਂ ਇਸ ਕਰਕੇ ਸਾਈਡ ਹੋ ਗਿਆ ਉਹਨਾਂ ਤੋਂ। ਹੁਣ ਮੈਨੂੰ ਧਮਕੀਆਂ ਦੇ ਰਹੇ ਆ ਕਿ ਜੇਕਰ ਤੂੰ ਇਹ ਕੁਛ ਕਰੇਗਾ ਨਾ ਤੇ ਤੇਰੇ ਤੇ ਝੂਠੇ ਪਰਚੇ ਦਰਜ ਕਰਾਵਾਂਗੇ। ਤੇ ਕੱਲ ਪਰਸੋਂ ਉਹਨਾਂ ਦੇ ਵੀ ਇੱਕ ਬਿਆਨ ਆਇਆ ਸੀ, ਕਹਿੰਦੇ ਜੀ ਤੁਹਾਡੇ ਘਰ ਦੀ ਨੇ ਗਲਤ ਬਿਆਨਬਾਜ਼ੀ ਦਿੱਤੀ ਆ, ਸਰ ਗਲਤ ਭਾਸ਼ਾ ਵਰਤੀ ਗਈ ਸੀ। ਕੋਈ ਇਹੋ ਜਿਹੀ ਭਾਸ਼ਾ ਨਹੀਂ ਵਰਤੀ, ਮੈਂ ਉੱਥੇ ਮੌਜੂਦ ਸੀ ਮੌਕੇ ਤੇ, ਜਦ ਕਿ ਮੈਂ ਉੱਥੇ ਮੇਰੇ ਬਿਆਨ ਕੁਛ ਹੋਏ ਸੀ, ਉਹਨਾਂ ਨੇ ਦਬਾਅ ਪਵਾ ਕੇ ਕਰਾਏ ਕਿ ਤੂੰ ਇੱਥੇ ਇਹ ਕਹਿ, ਮੈਂ ਨਹੀਂ ਕਰਦਾ ਸੀ। ਤੇ ਮੈਂ ਇਹੋ ਹੀ ਮੰਗ ਕਰਦਾ ਵਾਂ ਪ੍ਰਸ਼ਾਸਨ ਅੱਗੇ ਤੇ ਸਮਾਜ ਅੱਗੇ ਕਿ ਇਹ ਜੋ ਵੀ ਹੈ ਇਹਨੂੰ ਸੱਚ ਸਾਹਮਣੇ ਲਿਆਂਦਾ ਜਾਵੇ। ਹੁਣ ਕੋਈ ਪ੍ਰਧਾਨ ਕੋਈ ਵੀ ਕਿਸੇ ਮਗਰ ਜਾਂਦਾ ਇੱਦਾਂ ਹੁਣ ਬਿਆਨਬਾਜ਼ੀ ਸਾਹਮਣੇ ਆਏਗੀ, ਇਹ ਲੱਗਦਾ ਨਹੀਂ ਪਾਰਟੀਆਂ ਦੇ ਉੱਤੇ ਵੀ ਅਸਰ ਪੈਂਦਾ ਜੀ? ਸਰ ਇਹ ਸਿਰਫ ਇੱਕ ਆਪਾਂ ਤੋਂ ਸੰਘਰਸ਼ ਛੱਡਿਆ ਸੀ, ਸਿਰਫ ਇਸ ਕਾਰਨ ਸਭ ਕੁਝ ਹੋਇਆ। ਕੀ ਹੁਣ ਤੁਸੀਂ ਮੰਗ ਕੀ ਕਰਦੇ ਹੋ? ਮੰਗ ਇਹੋ ਹੀ ਹੈ ਕਿ ਇਹ ਜੋ ਵੀ ਹੈ ਕਾਰਵਾਈ ਇਹਨੂੰ ਸਾਰਾ ਵੇਖ ਕੇ ਤੇ ਜੋ ਬਣਦੀ ਕਾਰਵਾਈ ਪਰਚਾ ਖਾਰਜ ਕੀਤਾ ਜਾਵੇ। ਮੈਂ ਕਰਨ ਗਿੱਲ, ਜੈ ਵਾਲਮੀਕੀ, ਜੈ ਸ਼੍ਰੀ ਰਾਮ। ਸਾਥੀਓ, ਜਿੱਦਾਂ ਕਿ ਸਾਡੇ ਰਾਸ਼ਟਰੀ ਪ੍ਰਧਾਨ ਕੇਸ਼ ਭਸੀਨ ਜੀ ਨੇ ਤੁਹਾਨੂੰ ਵਿਸਤਾਰਪੂਰਵਕ ਸਮਝਾ ਹੀ ਦਿੱਤਾ ਵਾ ਕਿ ਕੀ ਮੁੱਦਾ ਹੈਗਾ ਵਾ। ਜਿਹੜੀ ਸਾਡੇ ਰਾਸ਼ਟਰੀ ਪ੍ਰਧਾਨ ਮਹਿਲਾ ਵਿੰਗ ਦੀ ਪੂਜਾ ਅਰੋੜਾ ਜੀ ਨੇ, ਉਹਨਾਂ ਦੇ ਉੱਤੇ ਇੱਕ ਰਕੇਸ਼ ਟੱਫੀ ਵੱਲੋਂ ਇੱਕ ਝੂਠਾ SC ST ਦਾ ਪਰਚਾ ਦਰਜ ਕਰਾਇਆ ਗਿਆ ਵਾ, ਔਰ ਪਰਚਾ ਵੀ ਉਹਨਾਂ ਵੱਲੋਂ ਦਰਜ ਕਰਾਇਆ ਗਿਆ ਵਾ ਜਿਨ੍ਹਾਂ ਦੇ ਉੱਤੇ ਖੁਦ SC ST ਐਕਟ ਦੇ ਪਰਚੇ ਹੈਗੇ ਨੇ, ਜਿਨ੍ਹਾਂ ਨੇ ਸਾਡੇ ਸਮਾਜ ਦੇ ਪ੍ਰਤੀ ਪਹਿਲਾਂ ਕਈ ਵਾਰੀ ਆਪ ਖੁਦ ਗਲਤ ਸ਼ਬਦਾਵਲੀਆਂ ਵਰਤੀਆਂ ਵਾ, ਔਰ ਸਾਡੇ ਸਮਾਜ ਦਾ ਸਹਾਰਾ ਲੈ ਕੇ ਇੱਕ ਮਹਿਲਾ ਦੇ ਉੱਤੇ ਇੱਕ ਬਹੁਤ ਹੀ ਜ਼ਿਆਦਾ ਅਤਿਆਚਾਰ ਕਰਨ ਵਾਲੀ ਇਹਨਾਂ ਦੀ ਸਾਜ਼ਿਸ਼ ਆ। ਕਿਉਂਕਿ ਆਪਸੀਆਂ ਇਹਨਾਂ ਦੀਆਂ ਰੰਜਿਸ਼ਬਾਜ਼ੀਆਂ ਹੈਗੀਆਂ ਵਾ ਕਿ ਇੱਕ ਪਾਰਟੀ ਗਰੁੱਪ ਕਰਕੇ ਇਹ ਸਾਡੇ ਸਮਾਜ ਨੂੰ ਵਰਤਿਆ ਜਾ ਰਿਹਾ ਵਾ, ਇਹ ਕਦੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਔਰ ਮੈਂ SC ਕਮਿਸ਼ਨ ਤੋਂ ਮੰਗ ਕਰਦਾ ਵਾਂ ਖੁਦ SC ਹੋਣ ਦੇ ਨਾਤੇ ਕਿ ਜਿਹੜਾ ਰਕੇਸ਼ ਟੱਫੀ ਹੈਗਾ ਵਾ ਇਹਦੇ ਉੱਤੇ ਇਨਕੁਆਇਰੀ ਪਾਈ ਜਾਵੇ ਕਿ ਇਹ ਸੱਚਮੁੱਚ ਇਹ ਸਾਡੇ ਸਮਾਜ ਦਾ ਬੰਦਾ ਹੈਗਾ ਵੀ ਆ ਕਿ ਨਹੀਂ ਹੈਗਾ। ਕਿਉਂਕਿ ਜਿਹੜੇ ਇਹਨਾਂ ਦੇ ਪਾਰਟੀ ਦੇ ਪ੍ਰਧਾਨ ਆ ਸੁਧੀਰ ਕੁਮਾਰ ਸੂਰੀ ਜੀ, ਉਹਨਾਂ ਨੇ ਬੀਤੇ ਸਮੇਂ ਸਾਡੇ ਸਮਾਜ ਦੇ ਪ੍ਰਤੀ ਗਲਤ ਸ਼ਬਦਾਵਲੀ ਵਰਤੀ ਸੀ ਤੇ ਉਹਨਾਂ ਦੇ ਉੱਤੇ ਖੁਦ SC ਐਕਟ ਦਾ ਪਰਚਾ ਹੈਗਾ ਵਾ। ਤੇ ਮੇਰੀ SC ਕਮਿਸ਼ਨ ਤੋਂ ਬੇਨਤੀ ਆ ਕਿ ਇਹਨਾਂ ਦੀ ਰਕੇਸ਼ ਟੱਫੀ ਦੀ ਇਨਕੁਆਇਰੀ ਕੀਤੀ ਜਾਵੇ ਕਿ ਇਹ ਸਮਾਜ ਦਾ ਹੈ ਵੀ ਹੈ ਕਿ ਨਹੀਂ ਹੈ। ਕਿਉਂਕਿ ਜੇ ਇਹ ਸਮਾਜ ਦਾ ਹੁੰਦਾ ਕਿ ਜਿਸ ਬੰਦੇ ਨੇ ਸਾਡੇ ਸਮਾਜ ਪ੍ਰਤੀ ਗਲਤ ਸ਼ਬਦਾਵਲੀ ਵਰਤੀ ਹੋਵੇ, ਉਹਦਾ ਕੰਮ ਹੀ ਨਹੀਂ ਬਣਦਾ ਕਿ ਰਕੇਸ਼ ਟੱਫੀ ਦਾ ਕਿ ਉਹਦੇ ਸੰਗਠਨ ਦੇ ਵਿੱਚ ਕੰਮ ਕਰਨਾ। ਇਹ ਤੇ ਸਮਾਜ ਦੀ ਜਿਹੜੇ ਬੰਦੇ ਬੇਅਦਬੀ ਕਰਦੇ ਨੇ ਉਹਨਾਂ ਦੇ ਨਾਲ ਲੋਕਾਂ ਦੇ ਨਾਲ ਤੁਰਨਾ ਇਹਨਾਂ ਵਾਸਤੇ ਬੜੀ ਗਲਤ ਗੱਲ ਹੈਗੀ ਆ। ਮੈਂ ਵੀ ਇੱਕ ਹਿੰਦੂ ਸੰਗਠਨ ਦੇ ਵਿੱਚ ਕੰਮ ਕਰਦਾ ਵਾਂ, ਇੱਕ ਸੋਚ ਲੈ ਕੇ ਚੱਲਦੇ ਪਏ ਆ ਕਿ ਜਿਹੜਾ SC ਭਾਈਚਾਰਾ ਵਾ, ਹਿੰਦੂ ਭਾਈਚਾਰਾ ਵਾ, ਇਹਨਾਂ ਨੂੰ ਇਕਜੁੱਟ ਕਰਕੇ ਸਮਾਜ ਦੇ ਵਿੱਚ ਇੱਕ ਚੰਗਾ ਮੈਸੇਜ ਦਿੱਤਾ ਜਾਵੇ। ਪਰ ਜਿਹੜੇ ਬੰਦੇ ਸਾਡੇ ਸਮਾਜ ਦੇ ਪ੍ਰਤੀ ਗਲਤ ਬੋਲਦੇ ਪਏ ਨੇ, ਸਾਡੇ ਸਮਾਜ ਦੇ ਬੰਦੇ ਨੂੰ ਉਹਨਾਂ ਦੇ ਨਾਲ ਨਹੀਂ ਚੱਲਣਾ ਚਾਹੀਦਾ। ਔਰ ਮੇਰੀ ਪੁਲਿਸ ਪ੍ਰਸ਼ਾਸਨ ਤੋਂ ਬੇਨਤੀ ਆ, ਮਾਨਯੋਗ CP ਸਾਹਿਬ ਕੋ ਔਰ DGP ਸਾਹਿਬ ਕੋ, DCP ਸਾਹਿਬ ਕੋ ਸਾਡੀ ਬੇਨਤੀ ਆ ਕਿ ਜਿਹੜੀ ਇਹ 'ਤੇ ਪੂਜਾ ਅਰੋੜਾ ਜੀ ਦੇ ਉੱਤੇ ਜਿਹੜਾ ਗਲਤ ਪਰਚਾ ਕੀਤਾ ਗਿਆ ਵਾ ਇਹਨੂੰ ਰੱਦ ਕੀਤਾ ਜਾਵੇ, ਔਰ ਜਿਨ੍ਹਾਂ ਨੇ ਗਲਤ ਪਰਚਾ ਦਰਜ ਕਰਾਇਆ ਵਾ ਉਹਨਾਂ ਦੇ ਉੱਤੇ ਜੋ ਬਣਦੀ ਕਾਰਵਾਈ ਆ ਕੀਤੀ ਜਾਵੇ। ਔਰ ਮੈਂ ਆਪਣੇ ਸਮਾਜ ਦਾ
ਬਹੁਤ ਰਹਿਣੀ ਆ ਕਿ ਜਿਨ੍ਹਾਂ ਨੇ ਹੱਕ ਸੱਚ ਦੀ ਆਵਾਜ਼ ਨੂੰ ਦੇਖਦੇ ਹੋਏ ਇੱਕ ਆਪਣੀ ਆਵਾਜ਼ ਬੁਲੰਦ ਕੀਤੀ ਆ। ਉਹਨਾਂ ਨੇ ਜਿਹੜਾ ਅਲਟੀਮੇਟਮ ਦਿੱਤਾ ਵਾ ਕਿ ਜਿਹੜਾ 5-6 ਦਿਨਾਂ ਦੇ ਵਿੱਚ ਜਿਹੜਾ ਝੂਠਾ ਪਰਚਾ ਮੁਕੱਦਮਾ ਦਰਜ ਖਾਰਿਜ ਨਾ ਕੀਤਾ ਗਿਆ ਤੇ ਆਪਣੇ ਸਮਾਜ ਵੱਲੋਂ ਅਸੀਂ ਪ੍ਰੋਟੈਸਟ ਕਰਾਂਗੇ ਤੇ ਮੈਂ ਆਪਣੇ ਸਮਾਜ ਦੇ ਨਾਲ ਡਟਾ ਵਾਂ ਔਰ ਡਟਿਆ ਰਵਾਂਗਾ। ਔਰ ਇੱਕ ਬੇਨਤੀ ਹੋਰ ਕਰਨਾ ਚਾਹੁੰਦਾ ਵਾਂ, ਮੈਂ ਇੱਕ ਐਸੀ ਸਮਾਜ ਦਾ ਵਾਂ ਭਗਵਾਨੋਂ ਕੇ ਭਗਵਾਨ ਸ੍ਰਿਸ਼ਟੀ ਕਰਤਾ ਦਇਆ ਵਾਨ ਵਾਲਮੀਕੀ ਮਹਾਰਾਜ ਜੀ ਦੇ। ਸਾਡੇ ਸੰਗਠਨ ਦੇ ਮੈਂਬਰ ਇਹ ਬੇਨਤੀ ਕਰਦੇ ਪਏ ਨੇ, ਜੋ ਉਹਨਾਂ ਨੇ ਪਵਿੱਤਰ ਗ੍ਰੰਥ ਲਿਖਿਆ ਵਾ ਰਮਾਇਣ, ਸਾਡੀ ਸਾਰੀ ਟੀਮ ਉਹਨਾਂ ਨੂੰ ਨੈਸ਼ਨਲ ਗ੍ਰੰਥ ਘੋਸ਼ਿਤ ਕਰਾਉਣ ਦੇ ਵਿੱਚ ਜੁਟੀ ਪਈ ਆ। ਤੇ ਇਹ ਕਿੱਦਾਂ ਅਸੀਂ ਮੰਨ ਲਈਏ ਕਿ ਸਾਡੀ ਪਾਰਟੀ ਦੀ ਇੱਕ ਮਹਿਲਾ ਇਹ ਕਹਿ ਸਕਦੀ ਆ ਕਿ ਐਸੀ ਸਮਾਜ ਦੇ ਪ੍ਰਤੀ ਗਲਤ ਕੋਈ ਸ਼ਬਦਾਵਲੀ ਵਰਤ ਸਕਦੀ? ਇੱਦਾਂ ਨਹੀਂ ਹੋ ਸਕਦਾ। ਮੇਰੇ ਅੰਦਰ ਅੱਜ ਵੀ ਵਾਲਮੀਕ ਸਮਾਜ ਦਾ ਖੂਨ ਆ, ਪਾਣੀ ਨਹੀਂ ਹੋਇਆ ਕਿ ਜੇ ਇਹ ਗਲਤ ਸ਼ਬਦਾਵਲੀ ਇਹਨੇ ਵਰਤੀ ਹੁੰਦੀ ਤੇ ਮੈਂ ਖੁਦ ਇਹਦਾ ਡਟ ਕੇ ਵਿਰੋਧ ਕਰਨਾ ਇਹਦੇ ਤੇ ਖੁਦ ਪਰਚਾ ਦਰਜ ਕਰਾਉਣਾ ਸੀ। ਪ੍ਰਸ਼ਾਸਨ ਤੋਂ ਬੇਨਤੀ ਹੈ ਜੀ, ਜੋ ਹੱਕ ਸੱਚ ਆ ਉਹ ਕੀਤਾ ਜਾਵੇ, ਜਿੰਨੇ ਗਲਤ ਕੀਤਾ ਵਾ ਉਹਨੂੰ ਪਾਣੀ ਵਾਂਗੂ ਸਾਫ਼ ਕਰਕੇ ਸਾਹਮਣੇ ਲਿਆਇਆ ਜਾਵੇ। ਇੰਨੇ ਸ਼ਬਦਾਂ ਨਾਲ ਜੈ ਵਾਲਮੀਕੀ, ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ। ਸੀਨ ਸ਼ਿਵ ਸੈਨਾ ਸੂਰਯਵੰਸ਼ੀ ਦਾ ਰਾਸ਼ਟਰੀ ਪ੍ਰਮੁੱਖ। ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ। ਜੈਕਾਰਾ ਵੀਰ ਬਜਰੰਗੇ। ਹਾਂਜੀ ਸਰ, ਜਿਹੜਾ ਪੂਜਾ ਮੈਡਮ ਦਾ ਮਸਲਾ ਹੈਗਾ ਕੀ ਕਹਾਣੀ ਹੈ ਜੀ? ਤੁਸੀਂ ਉੱਤੇ ਅੰਦਰ ਮੌਕੇ ਦੇ ਹੀ ਮੈਟਰ ਨਹੀਂ ਹੋਇਆ? ਦੇਖੋ, ਪਿਛਲੇ ਚੰਦ ਦਿਨਾਂ ਦੇ ਵਿੱਚ ਜੋ ਵਾਕਿਆ ਕਤਵਾਲੀ ਦੇ ਵਿੱਚ ਹੋਇਆ ਕਿ ਇਹਨਾਂ ਮੀਆਂ ਬੀਬੀ ਦਾ ਆਪਸ ਦੇ ਵਿੱਚ ਡਿਸਪਿਊਟ ਚੱਲਦਾ ਸੀਗਾ, ਜਿਹਦੇ ਕਰਕੇ ਪੂਜਾ ਅਰੋੜਾ ਮੇਰੇ ਕੋਲ ਆਈ। ਇਹਨੇ ਮੈਨੂੰ ਕਿਹਾ, ਕਹਿੰਦੀ ਕਿ ਵੀ ਆਪਣਾ ਸੋਨੂ ਦੇ ਨਾਲ ਮੇਰੇ ਹਸਬੈਂਡ ਦੇ ਨਾਲ ਥੋੜ੍ਹਾ ਝਗੜਾ ਤੇ ਮੇਰੇ ਨਾਲ ਤੁਸੀਂ ਚੱਲੋ ਤੇ ਮੇਰਾ ਅੱਗੇ ਵੀ ਤੁਸੀਂ ਸੋਲਵ ਕੀਤਾ ਸੀਗਾ ਤੇ ਹੁਣ ਵੀ ਤੁਸੀਂ ਮੇਰਾ ਮੈਟਰ ਸੋਲਵ ਕਰਕੇ ਤੇ ਮੇਰੇ ਹਸਬੈਂਡ ਨੂੰ ਘਰ ਭੇਜਣ ਦੇ ਵਿੱਚ ਮੇਰੀ ਮਦਦ ਕਰੋ। ਮੈਂ ਇਹਨਾਂ ਦੇ ਨਾਲ ਗਿਆ ਤੇ ਜਾ ਕੇ ਉੱਥੇ ਗੱਲਬਾਤ ਕੀਤੀ ਹੈ। ਪਹਿਲੇ ਇੱਕ ਦਿਨ, ਉਸ ਦਿਨ ਵੀ ਆਪਣਾ ਟਫੀ ਜੀ ਉੱਥੇ ਆਇਆ ਸੀ, ਰਕੇਸ਼ ਟਫੀ ਉੱਥੇ ਆਇਆ ਸੀਗਾ ਤੇ ਆਪਾਂ ਉਹ ਸ਼ਿਵ ਸੈਨਾ ਟਕਸਾਲੀ ਦਾ ਵਿੱਚ ਕੰਮ ਕਰਦਾ ਵਾ, ਉਹਨਾਂ ਦਾ ਐਸਸੀ ਵਿੰਗ ਦਾ ਕੋਈ ਸ਼ਾਇਦ ਮੇਰੇ ਖਿਆਲ ਨਾਲ ਕੋਈ ਉਹਨਾਂ ਨੂੰ ਬਣਾਇਆ ਹੋਊਗਾ। ਲੇਕਿਨ ਉਸ ਦਰਮਿਆਨ ਅਸੀਂ ਬੈਠੇ ਰਹੇ, ਕੋਈ ਗੱਲਬਾਤ ਨਹੀਂ ਹੋਈ। ਇਹਨਾਂ ਦੇ ਆਪਸ ਦੇ ਵਿੱਚ ਮਸਲਾ ਜਿਹੜਾ ਸੋਲਵ ਨਹੀਂ ਹੋਇਆ ਤੇ ਦੋ ਲੜਕੇ ਹੋਰ ਵੀ ਆਪਣਾ ਸ਼ਿਵ ਸੈਨਾ ਟਕਸਾਲੀ 'ਚੋਂ ਆਏ ਸੀਗੇ। ਉਸ ਦਿਨ ਕੋਈ ਗੱਲਬਾਤ ਨਹੀਂ ਹੋਈ ਹੈ, ਦੁਬਾਰਾ ਚਲੇ ਗਏ। ਅਗਲੇ ਦਿਨ ਦਾ ਟਾਈਮ ਪੈ ਗਿਆ। ਅਗਲੇ ਦਿਨ ਆਪਾਂ ਜਾ ਕੇ ਬੈਠੇ ਸੀਗੇ ਤੇ ਆਪਣਾ ਕਿਸੇ ਗੱਲ ਨੂੰ ਲੈ ਕੇ ਇਹਨਾਂ ਦਾ ਆਪਸ ਦੇ ਵਿੱਚ ਮੀਆਂ ਬੀਬੀ ਦਾ ਥੋੜ੍ਹਾ ਜਿਹਾ ਉੱਥੇ ਟਕਰਾਅ ਹੋਣ ਦੀ ਕੋਸ਼ਿਸ਼ ਹੋਈ, ਜਿਸ ਦੇ ਵਿੱਚ ਆਪਣਾ ਮੈਡਮ ਪੂਜਾ ਨੇ ਟਫੀ ਨੂੰ ਕਿਹਾ ਕਿ ਤੂੰ ਵਿੱਚ ਨਾ ਬੋਲ, ਸਾਡੀ ਮੀਆਂ ਬੀਬੀ ਦੀ ਆਪਸ ਦੀ ਲੜਾਈ ਹੈ ਤੇ ਆਪਾਂ ਆਪਸ ਵਿੱਚ ਜਿੰਨੀ ਆਪਾਂ ਬੈਠਾਂਗੇ ਨਹੀਂ ਉਨੀ ਦੇਰ ਤੱਕ ਆਪਾਂ ਇਹ ਮਸਲਾ ਕਿਵੇਂ ਸੋਲਵ ਹੋਊਗਾ। ਇੰਨੀ ਗੱਲਬਾਤ ਹੋਈ ਹੈ ਤੇ ਆਪਣਾ ਟਫੀ ਨੂੰ, ਹਾਂ ਇੱਕ ਗੱਲ ਜ਼ਰੂਰ ਟਫੀ ਨੂੰ ਉਹਨੇ ਕਹੀ ਹੈ ਕਿ ਤੁਸੀਂ ਖਾਣ ਦੇ ਫਰਾਂਗ ਹੋ, ਠੀਕ ਹੈ, ਖਾਣ ਦਾ ਕੁੱਤਾ ਜਾਂ ਕਿਹਾ ਹੋਊਗਾ, ਮਾੜੀ ਮੋਟੀ ਕੋਈ ਗੱਲਬਾਤ ਹੋ ਸਕਦਾ ਸ਼ਬਦਾਵਲੀ ਕੋਈ ਇਹੋ ਜਿਹੀ ਵਰਤੀ ਹੋਵੇ। ਲੇਕਿਨ ਜਿਹੜਾ ਸਮਾਜ SC ਐਕਟ ਦਾ ਜਿਹੜਾ ਸਮਾਜਿਕ ਉਹਨਾਂ ਨੇ ਮੁੱਦਾ ਚੁੱਕਿਆ ਵਾ, ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੋਈ। ਮੌਕੇ ਦਾ ਗਵਾਹ ਮੈਂ ਵਾਂ ਮੌਜੂਦ, ਜਿਹੜਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਸੀਗਾ ਕਿ ਜਿਹੜੇ ਬੰਦੇ ਮੌਕੇ 'ਤੇ ਆਏ ਆ ਉਹਨਾਂ ਦੇ ਵੀ ਬਿਆਨ ਦਰਜ ਕਰਨੇ ਚਾਹੀਦੇ ਸੀਗੇ ਜਾਂ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਸੀਗੀ। ਇੱਕ ਤਰਫਾ ਕਰਕੇ ਆਪਾਂ ਕਿਸੇ ਦੇ ਉੱਤੇ ਐਸੀ ਸਮਾਜ ਨੂੰ ਯੂਜ਼ ਕਰਕੇ ਉਹਦਾ ਪਰਚਾ ਦਰਜ ਕਰਵਾ ਦੇਣਾ, ਇਹ ਕਿੱਥੋਂ ਦੀ ਇਨਸਾਨੀਅਤ ਹੈ, ਕਿਹੜਾ ਹਿੰਦੂਤਵ ਹੈ, ਮੈਨੂੰ ਇਹ ਨਹੀਂ ਸਮਝ ਆ ਰਹੀ। ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਸਾਰੇ ਹਿੰਦੂ ਭਰਾ ਸਾਰੇ ਇਕੱਠੇ ਆ, ਲੇਕਿਨ ਇਹੋ ਜਿਹਾ ਕੰਮ ਨਾ ਕਰੋ ਕਿ ਅਸੀਂ ਕਿਸੇ ਸਮਾਜ ਨੂੰ ਯੂਜ਼ ਕਰਕੇ ਆਪਾਂ ਕਿਸੇ ਸਮਾਜ ਦੇ ਉੱਤੇ ਲੜਕੀ ਦੇ ਉੱਤੇ ਪਰਚਾ ਦਰਜ ਕਰਾ ਦਈਏ। ਉਹ ਬਾਲ ਬੱਚੇਦਾਰ ਜਨਾਨੀ ਹੈ, ਉਹਨਾਂ ਮੀਆਂ ਬੀਬੀ ਦੀ ਆਪਸ ਦੀ ਲੜਾਈ ਦਾ ਕੀ ਫਾਇਦਾ ਚੁੱਕਣਾ ਚਾਹੁੰਦੇ, ਇਹਨਾਂ ਦੀ ਆਪਣੀ ਮਨਸਾ ਵਾ, ਮੈਨੂੰ ਨਹੀਂ ਪਤਾ। ਲੇਕਿਨ ਮੈਂ 2-3-4 ਦਿਨ ਪਹਿਲਾਂ ਦੇਖਿਆ ਕਿ ਵੀ SC ਸਮਾਜ ਵੱਲੋਂ ਉਹਨਾਂ ਨੇ ਮੀਡੀਆ 'ਚ ਖਬਰ ਵੇਖ ਕੇ ਕਿ SC ਸਮਾਜ ਵੱਲੋਂ ਉਹਨਾਂ ਨੇ ਆਪਣੇ ਤਰਫੀ ਇੱਕ ਪ੍ਰੈਸ ਕਾਨਫਰੰਸ ਕੀਤੀ। ਉਸ ਦੇ ਵਿੱਚ ਉਹਨਾਂ ਨੇ ਇਹਦਾ ਮੁੱਦਾ ਚੁੱਕਿਆ ਕਿ ਉਸ ਲੇਡੀ ਦਾ ਪਰਚਾ ਦਰਜ ਕੀਤਾ ਗਿਆ ਵਾ, ਉਹਦੀ ਜਾਂਚ ਕੀਤੀ ਜਾਵੇ, ਉਹਦਾ ਪਤਾ ਕੀਤਾ ਜਾਵੇ ਕਿ ਇਹ ਝੂਠਾ ਹੈ ਜਾਂ ਸੱਚਾ ਹੈ। ਤੇ ਮੈਂ ਉਹਨਾਂ ਨੂੰ ਸੈਲਿਊਟ ਕਰਨਾ, SC ਸਮਾਜ ਨੂੰ ਸਰਾਹਨਾ ਕਰਦਾ ਉਹਨਾਂ ਦੀ ਕਿ ਜਿਨ੍ਹਾਂ ਨੇ ਕਿ ਵੀ ਇਸ ਲਾਚਾਰ ਜਿਹੜੀ ਔਰਤ ਸੀਗੀ ਇਹਦਾ ਉਹਨਾਂ ਨੇ ਪੱਖ ਮਤਲਬ ਕਿ ਨਾ ਵੇਖ ਕੇ ਇਹਨੂੰ ਬੁਲਾਇਆ ਗਿਆ, ਉੱਥੇ ਉਹਨੂੰ ਬੁਲਾ ਕੇ ਇਹਦਾ ਪੱਖ ਸੁਣਿਆ, ਉਹਨਾਂ ਕੋਲ ਗੱਲਬਾਤ ਸੁਣੀ ਤੇ ਉਹਨਾਂ ਨੇ ਸੁਣ ਕੇ ਉਹਨਾਂ ਨੇ ਇਹਦੀ ਆਵਾਜ਼ ਚੁੱਕੀ। ਮੈਂ ਉਹਨਾਂ ਨੂੰ ਸੈਲਿਊਟ ਕਰਦਾ ਸਮਾਜ ਦੇ SC ਸਮਾਜ ਦੇ ਬੰਦਿਆਂ ਨੂੰ ਕਿ ਜਿਨ੍ਹਾਂ ਨੇ ਇਹਦੀ ਆਵਾਜ਼ ਚੁੱਕੀ। ਮੈਂ ਹੋਰ ਵੀ ਬੇਨਤੀ ਕਰਦਾ ਕਿ SC ਸਮਾਜ ਹਮੇਸ਼ਾ ਬੜਾ ਹੀ ਅਸੀਂ ਜ਼ਮੀਨੀ ਸਤਰ ਦੇ ਨਾਲ ਜੁੜੇ ਹੋਏ ਹਾਂ, ਸਾਰੇ ਭਰਾ ਹਾਂ, ਸਾਰੇ ਇਕੱਠੇ ਹਾਂ। ਲੇਕਿਨ ਮੈਂ ਸਮਾਜ ਤੋਂ ਇਹ ਬੇਨਤੀ ਕਰਦਾ ਕਿ ਇਹਦੀ ਨਿਸ਼ਪਕਸ਼ ਜਾਂਚ ਕੀਤੀ ਜਾਵੇ। ਜੇ ਇਹ ਉਸ ਦਰਮਿਆਨ ਮੌਕੇ 'ਤੇ ਮੈਂ ਸ਼ਿਵ ਸੈਨਾ ਸੂਰਯਵੰਸ਼ੀ ਵੱਲੋਂ ਰਾਸ਼ਟਰੀ ਪ੍ਰਧਾਨ ਦੀ ਗੱਲ ਕਹਿਣਾ, ਜੇ ਪੂਜਾ ਅਰੋੜਾ ਨੇ ਐਸੀ ਸ਼ਬਦ ਦੀ ਉੱਥੇ ਗਲਤ ਸ਼ਬਦਾਵਲੀ ਯੂਜ਼ ਕੀਤੀ ਹੁੰਦੀ ਤਾਂ ਮੈਂ ਵੀ ਇਹਦੇ ਖਿਲਾਫ ਹੋ ਜਾਣਾ ਸੀ। ਮੈਂ ਇਹਦੇ ਨਾਲ ਕਦੀ ਜ਼ਿੰਦਗੀ ਸਾਥ ਨਹੀਂ ਸੀ ਦੇਣਾ, ਕਿਉਂਕਿ ਮੈਂ ਹਮੇਸ਼ਾ ਐਸੀ ਸਮਾਜ ਦੇ ਵਿੱਚ ਹੱਥ ਖੇਡਦਾ ਰਹਿਣ ਵਾਲਾ ਸਾਂ। ਮੇਰੇ ਜ਼ਿੰਦਗੀ ਦੇ 36 ਸਾਲ ਮੇਰੇ ਬਚਪਨ ਉਹਨਾਂ ਸਮਾਜ ਦੇ ਵਿੱਚ ਗੁਜ਼ਰਿਆ ਵਾ। ਆਪਾਂ ਖੁਦ ਕਦੀ ਇਹੋ ਜਿਹੀ ਭਾਸ਼ਾ ਯੂਜ਼ ਨਹੀਂ ਕੀਤੀ ਤੇ ਨਾ ਹੀ ਉਹਨਾਂ ਨੂੰ ਆਪਣੇ ਬੰਦਿਆਂ ਨੂੰ ਸਿਖਾਇਆ ਵਾ ਕਿ ਵੀ ਇਹੋ ਜਿਹਾ ਕੋਈ ਸ਼ਬਦਾਵਲੀ ਯੂਜ਼ ਕਰਨਾ ਇਹ ਬਿਲਕੁਲ ਗਲਤ ਹੈ। ਮੈਂ ਕਹਿੰਦਾ ਦੀ ਨਿਸ਼ਪਕਸ਼ ਜਾਂਚ ਹੋਣੀ ਚਾਹੀਦੀ ਹੈ। ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ, ਬਾਰ-ਬਾਰ ਪ੍ਰਸ਼ਾਸਨ ਤੋਂ ਗੁਹਾਰ ਲਾ ਰਹੇ ਹਾਂ। ਮੈਂ CP ਸਾਹਿਬ ਕੋਲ ਗਿਆ ਸਾਂ, ਆਪਣੇ ਸੰਗਠਨ ਦੇ ਬੰਦੇ ਲੈ ਕੇ ਉਹਨਾਂ ਕੋਲ ਮੰਗ ਕੀਤੀ ਸੀ, ਉਹਨਾਂ ਨੂੰ ਜਾ ਕੇ ਇਨਕੁਆਇਰੀ ਜਿਹੜੀ ਹੀ ਮਾਰ ਕਰਵਾਈ ਉਹਨਾਂ ਕੋਲੋਂ ਕਿ ਵੀ ਇਹਦੀ ਜਾਂਚ ਕੀਤੀ ਜਾਵੇ। ਲੇਕਿਨ
ਸਮਾਂ ਬੀਤੀ ਜਾ ਰਿਹਾ ਲੇਕਿਨ ਇਹਦੀ ਇਨਕੁਆਇਰੀ ਕੋਈ ਨਹੀਂ ਕੀਤੀ ਗਈ। ਨਾ ਹੀ ਕਿਸੇ ਨੇ ਸਾਨੂੰ ਬੁਲਾ ਕੇ ਕੋਈ ਬਿਆਨ ਕੀਤੇ ਨੇ ਤੇ ਨਾ ਹੀ ਕਿਸੇ ਨੇ ਬੁਲਾ ਕੇ ਪੁੱਛਿਆ ਵਾ ਬਸ ਹੀ ਫਾਈਲਾਂ ਫਲਾਣੀ ਜਗ੍ਹਾ ਪਈਆਂ, ਫਾਈਲ ਫਾਈਲ ਪੁਰਾਣੀ ਜਗ੍ਹਾ ਪਈ ਹੈ। ਲੇਕਿਨ ਇਸ ਤਰ੍ਹਾਂ ਦਾ ਕੰਮ ਮਾਹੌਲ ਹੋਊਗਾ ਤੇ ਫਿਰ ਸ਼ਿਵ ਸੈਨਾ ਸੂਰਯਵੰਸ਼ੀ ਨੇ ਇਸ ਕਰਕੇ ਇਹ ਪ੍ਰੈਸ ਕਾਨਫਰੰਸ ਰੱਖੀ ਹੈ। ਪ੍ਰਧਾਨ ਜੀ, ਲੱਗਦਾ ਨਹੀਂ ਹੁਣ ਮੀਆਂ ਬੀਬੀ ਦੀ ਲੜਾਈ ਦੇ ਵਿੱਚ ਦੋ ਧੜੇਬਾਜ਼ੀ ਆ ਗਈਆਂ ਵਾ? ਦੇਖੋ, ਧੜੇਬਾਜ਼ੀ ਮੇਰੀ ਤੇ ਮੇਰੇ ਵੱਲੋਂ ਕਿਸੇ ਵੀ ਸਮਾਜ ਇਹਨਾਂ ਦੇ ਨਾਲ ਕੋਈ ਧੜੇਬਾਜ਼ੀ ਨਹੀਂ ਹੈ। ਨਾ ਹੀ ਮੇਰੀ ਕੋਈ ਇਹਨਾਂ ਦੇ ਨਾਲ ਕੋਈ ਜਾਤੀ ਕੋਈ ਲੜਾਈ ਹੈ, ਨਾ ਹੀ ਮੈਂ ਕੋਈ ਐਸੀ ਆਪਣਾ ਕੋਈ ਮਨਸਾ ਰੱਖਦਾ ਵਾਂ ਕਿ ਇਹਨਾਂ ਦੇ ਨਾਲ ਕੋਈ ਗੱਲਬਾਤ ਹੋਵੇ। ਲੇਕਿਨ ਮੈਨੂੰ ਉਹਨਾਂ ਦੇ ਗਰੁੱਪ ਨਾਲ ਜੁੜੇ ਸੀ ਤੇ ਉਸ ਤੋਂ ਬਾਅਦ ਹੀ ਹੁਣ ਬਿਆਨਬਾਜ਼ੀ ਇਦਾਂ ਦੀ ਸਾਹਮਣੇ ਆਣੀ। ਦੇਖੋ ਸਾਡਾ ਆਜ਼ਾਦ ਦੇਸ਼ ਆ, ਸਾਨੂੰ ਕਿਤੇ ਵੀ ਆਪਣਾ ਆਣਾ ਜਾਣਾ ਬੰਦਾ ਜਾ ਸਕਦਾ ਵਾ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉੱਠ ਕੇ ਆਪਾਂ ਕੋਈ ਜਨਾਖਾਨਾ ਉੱਠ ਕੇ ਕਵੇ ਤੇ ਉਹਦੇ 'ਤੇ ਕਾਰਵਾਈ ਕਰਾ ਦਿਓ, ਉਹਨੂੰ ਥੱਲੇ ਲਵਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜਾਂ ਉਹਦਾ ਮਨੋਬਲ ਡੇਗਣ ਦੀ ਕੋਸ਼ਿਸ਼ ਕੀਤੇ। ਅਸੀਂ ਕਦੀ ਜ਼ਿੰਦਗੀ ਦੇ ਵਿੱਚ ਆਪਣੇ ਸੰਗਠਨ ਨੇ ਸਾਡੇ ਨੇ ਇਹੋ ਜਿਹਾ ਕੰਮ ਕਦੀ ਨਹੀਂ ਕੀਤਾ। ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਸੰਗਠਨ ਨੇ, ਜਿੰਨੇ ਮੇਰੇ ਭਰਾ ਨੇ, ਕੋਈ ਹਿੰਦੂ ਭਰਾ ਨੇ, ਮੈਂ ਉਹਨਾਂ ਨੂੰ ਵੀ ਕਹਿਣਾ ਕੋਈ ਐਸਾ ਕਰਮ ਨਾ ਕਰੋ, ਇੱਕ ਦੂਜੇ ਨੂੰ ਮਾਰਨ ਦੀ ਕੋਸ਼ਿਸ਼ ਨਾ ਕਰੋ ਔਰ ਸਮਾਜ ਨੂੰ ਗਲਤ ਤਰੀਕੇ ਦੇ ਨਾਲ ਐਸੀ ਨੂੰ ਨਾ ਯੂਜ਼ ਕੀਤਾ ਜਾਵੇ, ਕਿਉਂਕਿ ਉਹਨੂੰ ਸੰਵਿਧਾਨਕ ਇਸ ਚੀਜ਼ ਦੀ ਲੜਾਈ, ਉਹਨਾਂ ਦੇ ਉੱਤੇ ਕੋਈ ਅਤਿਆਚਾਰ ਹੋਵੇ ਤੇ ਉਹਨਾਂ ਨੂੰ ਉਹਦੇ ਵਾਸਤੇ ਉਹਨਾਂ ਨੇ ਐਸੀ ਐਕਟ ਬਣਾਇਆ ਵਾ, ਨਾ ਕਿ ਵੀ ਅਸੀਂ ਲੋਕਾਂ ਦੇ ਉੱਤੇ ਨਜਾਇਜ਼ ਪਰਚੇ ਦਰਜ ਕਰਵਾਉਣ ਦੇ ਉੱਤੇ ਬਣਾਇਆ ਵਾ। ਅਸੀਂ ਇਹੀ ਮੰਗ ਕਰਦੇ ਹਾਂ, ਅਸੀਂ ਸਮਾਜ ਦੀ ਬੜੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਹਨਾਂ ਦੀ ਗੱਲ ਸੁਣੀ ਤੇ ਇਹਨਾਂ ਦੇ ਨਾਲ ਤੁਰੇ ਆ। ਉਸ ਤੋਂ ਬਾਅਦ ਅਸੀਂ ਵੀ ਦੇਖਿਆ ਕਿ ਵੀ ਚਲੋ ਜੇ ਉਹ ਤੁਰੇ ਆ ਤੇ ਅਸੀਂ ਵੀ ਸਾਨੂੰ ਵੀ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਹੈ। ਲੱਗਦਾ ਨਹੀਂ ਹੁਣ ਇਹਦੇ ਵਿੱਚ ਸ਼ਿਵ ਸੈਨਾ ਦਾ ਨਾਮ ਖਰਾਬ ਹੁੰਦਾ ਜੀ ਮੀਆਂ ਬੀਬੀ ਦੀ ਲੜਾਈ ਦੇ ਵਿੱਚ? ਦੇਖੋ ਧੜੇਬਾਜ਼ੀ, ਦੇਖੋ ਮੈਂ ਕਹਿੰਦਾ ਕਿ ਸੁਧੀਰ ਕੁਮਾਰ ਸੂਰੀ ਬਹੁਤ ਹੀ ਸੀਨੀਅਰ ਬੰਦਾ, ਉਹਨੂੰ ਇਸ ਚੀਜ਼ ਨੂੰ ਸੋਚਣਾ ਚਾਹੀਦਾ ਸੀਗਾ ਕਿ ਵੀ ਮੈਨੂੰ ਇਹ ਕੀ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ, ਕਿ ਆਪਾਂ ਇਹਨਾਂ ਨੂੰ ਸਮਾਜ ਦੇ ਪ੍ਰਤੀ ਆਪਾਂ ਗਲਤ ਆਪਣਾ ਕਰਾ ਕੇ ਇਹਨੂੰ। ਤੇ ਅਸੀਂ ਦੇਖੋ ਸੂਰੀ ਸਾਹਿਬ ਨੇ ਬਿਆਨ ਨਹੀਂ ਦਿੱਤਾ, ਲੇਕਿਨ ਪ੍ਰੈਸ ਦੇ ਵਿੱਚ ਇੱਕ ਫੋਟੋ ਲੱਗੀ ਸੀ ਜਿਹੜੀ ਕਤਵਾਲੀ ਜਾ ਕੇ ਇਹਨਾਂ ਨੇ ਮੈਮੋਰੈਂਡਮ ਮੰਗ ਪੱਤਰ ਦਿੱਤਾ ਸੀਗਾ, ਉਹਦੇ ਸੰਬੰਧ ਦੇ ਵਿੱਚ ਅਸੀਂ ਉਹਨਾਂ ਦਾ ਨਾਮ ਲੈ ਰਹੇ ਹਾਂ। ਮੈਂ ਉਹਨਾਂ ਨੂੰ ਕੋਈ ਗਲਤ ਨਹੀਂ ਕਹਿ ਰਿਹਾ, ਲੇਕਿਨ ਉਹਨਾਂ ਨੇ ਉਸ ਟਾਈਮ ਜੇ ਚੰਗੇ ਸਹੀ ਫੈਸਲਾ ਔਰ ਸਹੀ ਪ੍ਰਧਾਨਗੀ ਔਰ ਸਹੀ ਸਮਾਜ ਦਾ ਵੱਡਾ ਕੋਈ ਜ਼ਿੰਮੇਦਾਰ ਹੋਣ ਦਾ ਉਹਨਾਂ ਨੇ ਰੋਲ ਜੇ ਅਦਾ ਕਰਨਾ ਹੁੰਦਾ ਤੇ ਉਹ ਪੂਜਾ ਅਰੋੜਾ ਨੂੰ ਪਰਸਨਲ ਤੌਰ 'ਤੇ ਬਾਹਰ ਮਿਲਦੇ, ਹਾਂਜੀ ਬਾਹਰ ਕਿਸੇ ਸਮਾਜ ਦੇ 4 ਬੰਦੇ ਸੱਦ ਕੇ ਉੱਥੇ ਬਿਠਾ ਕੇ ਇਹਨਾਂ ਨਾਲ ਗੱਲ ਕਰਦੇ ਕਿ ਹਾਂ ਵੀ ਇਹ ਗੱਲਬਾਤ ਹੋਈ ਹੈ ਤੇ ਆਪਣਾ ਤੂੰ ਇਹ ਸ਼ਬਦਾਵਲੀ ਬੋਲੀ ਹੈ। ਤੁਸੀਂ ਉੱਥੇ ਮੌਕੇ 'ਤੇ ਮੌਜੂਦ ਨਹੀਂ ਸੀ ਸੂਰੀ ਸਾਹਿਬ, ਲੇਕਿਨ ਫਿਰ ਵੀ ਤੁਸੀਂ ਇੱਕ ਤਰਫਾ ਗੱਲ ਸੁਣ ਕੇ ਸਿਰਫ ਆਪਣੇ ਬੰਦਿਆਂ ਕਰਕੇ ਕਿ ਇਹ ਮੇਰੇ ਸੰਗਠਨ 'ਚ ਕੰਮ ਕਰਦੇ ਨੇ ਤੇ ਮੈਂ ਇਹਨਾਂ ਨੂੰ ਮਤਲਬ ਕਿ ਨਾ ਇਹਨਾਂ ਦੇ ਹੱਕ 'ਚ ਗੱਲ ਕਰਾਂ, ਲੇਕਿਨ ਇਹ ਗਲਤ ਹੈ। ਮੈਂ ਤੁਹਾਨੂੰ ਵੀ ਕਹਾਂਗਾ ਕਿ ਵੀ ਤੁਸੀਂ ਬਹੁਤ ਅੱਛੇ ਲੀਡਰ ਹੋ, ਲੇਕਿਨ ਪਰ ਤੁਸੀਂ ਇਸ ਤਰ੍ਹਾਂ ਦਾ ਤੁਹਾਨੂੰ ਕੰਮ ਨਹੀਂ ਕਰਨਾ ਚਾਹੀਦਾ ਸੀਗਾ ਕਿ ਇੱਕ ਬੰਦੇ ਦੇ ਛੋਟੇ ਛੋਟੇ ਬੱਚੇ ਉਹਦੇ, ਹਾਂਜੀ ਘਰ-ਬਾਰ ਦੀ ਜ਼ਿੰਮੇਵਾਰੀ ਉਹਨਾਂ ਦੇ ਸਿਰ 'ਤੇ ਹੈ। ਮੈਂ ਤਾਂ ਹਮੇਸ਼ਾ ਹੀ ਇਹਨਾਂ ਦੀ ਆਪਸ 'ਚ ਮੀਆਂ ਬੀਬੀ ਦੀ ਲੜਾਈ ਹੋਈ ਹੈ ਤੇ ਮੈਂ ਤਾਂ ਇਹਨਾਂ ਨੂੰ ਹਮੇਸ਼ਾ ਇਕੱਠਿਆਂ ਕਰਨ ਦੀ ਕੋਸ਼ਿਸ਼ ਕੀਤੀ, ਇਹਨਾਂ ਨੂੰ ਕਦੀ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਇਹਨਾਂ ਨੂੰ ਵੀ ਗੁੱਸੇ ਹੋ ਕੇ ਤੇ ਇਹਨਾਂ ਨੂੰ ਇਕੱਠਿਆਂ ਕੀਤਾ ਵਾ। ਲੇਕਿਨ ਤੁਹਾਡੇ ਵੱਲੋਂ ਤੁਹਾਡੇ ਬੰਦਿਆਂ ਨੇ ਜਾ ਕੇ ਤੁਹਾਨੂੰ ਕੀ ਕਿਹਾ ਤੇ ਤੁਸੀਂ ਇਹਦੇ ਉੱਤੇ ਕੀ ਕਹਿ ਕੇ ਉਹਨਾਂ ਦੇ ਉੱਤੇ ਪਰਚਾ ਦਰਜ ਕਰਵਾਤਾ ਵਾ। ਮੈਨੂੰ ਬਹੁਤ ਜ਼ਿਆਦਾ ਇਸ ਚੀਜ਼ ਦਾ ਅਫਸੋਸ ਆ ਕਿ ਮੈਂ ਕਹਿੰਦਾ ਕਿ ਅਸੀਂ ਆਪਣੇ ਹਿੰਦੂ ਧਰਮ ਨੂੰ ਪ੍ਰਮੋਟ ਕਰਨਾ ਚਾਹੀਦਾ, ਆਪਣੇ ਹਿੰਦੂਤਵ ਦੇ ਕੰਮ ਕਰਨੇ ਚਾਹੀਦੇ ਨੇ ਸਾਨੂੰ, ਤੇ ਆਪਾਂ ਮੈਂ ਇਹੋ ਹੀ ਕਹਿੰਦਾ ਕਿ ਨਹੀਂ ਸੀ ਕਰਨਾ ਚਾਹੀਦਾ ਤੁਹਾਨੂੰ। ਤੁਹਾਡੀ ਬਾਕੀ ਸਾਰਿਆਂ ਨੂੰ ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਹਰ ਹਰ ਮਹਾਦੇਵ। ਔਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪੁਲਿਸ ਪ੍ਰਸ਼ਾਸਨ ਨੂੰ ਕਿ ਬੜੇ ਹੀ ਹੋਣਹਾਰ ਸਾਡੇ ਅੰਮ੍ਰਿਤਸਰ ਦੇ DCP ਸਾਹਿਬ ਨੇ ਕਿ ਵੀ ਉਹ ਸਭ ਦੀ ਗੱਲ ਸੁਣਦੇ ਨੇ ਬੜੇ ਧਿਆਨ ਦੇ ਨਾਲ। ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਵੀ ਆਪਣਾ ਇਹਦੀ ਚੰਗੀ ਤਰ੍ਹਾਂ ਜਾਂਚ ਕਰਕੇ ਇਹਦਾ ਪਰਚਾ ਦਰਜ ਕੀਤਾ ਜਾਵੇ। ਮੈਂ CP ਸਾਹਿਬ ਨੂੰ ਮਿਲਿਆ ਸਾਂ, ਮੈਂ ਹੁਣ ਵੀ ਕਹਿੰਦਾ CP ਸਾਹਿਬ ਤੁਹਾਨੂੰ ਮੰਗ ਕਰਦੇ ਹਾਂ, ਸ਼ਿਵ ਸੈਨਾ ਸੂਰਯਵੰਸ਼ੀ ਵੱਲੋਂ ਮੰਗ ਕਰਦੇ ਹਾਂ ਕਿ ਵੀ ਇਹ ਜਿਹੜਾ ਝੂਠਾ ਮੁਕੱਦਮਾ ਜਿਹੜਾ ਆਪਣਾ ਪੂਜਾ ਅਰੋੜਾ 'ਤੇ ਕੀਤਾ ਗਿਆ ਇਹ ਤੋਂ ਖਾਰਜ ਕੀਤਾ ਜਾਵੇ, ਇਹਨੂੰ ਉਹਦੇ ਤੋਂ ਬਾਹਰ ਕੱਢਿਆ ਜਾਵੇ। ਤੇ ਜੇ ਆਪਣਾ ਮੇਰੀ ਗੱਲ ਅਸੀਂ ਹੁਣ ਫਿਲਹਾਲ ਦੀ ਘੜੀ ਆਪਾਂ ਤੁਹਾਨੂੰ ਹੱਥ ਜੋੜ ਰਹੇ ਹਾਂ, ਹੱਥ ਹੀ ਜੋੜ ਸਕਦੇ ਹਾਂ, ਨਹੀਂ ਤਾਂ ਸਾਨੂੰ ਕੜਾ ਸੰਘਰਸ਼ ਕਰਨਾ ਪਏਗਾ। ਜਿਸ ਤਰੀਕੇ ਨਾਲ ਅਸੀਂ ਸਮਾਜ ਨੇ ਆਪਣੇ ਵੱਲੋਂ ਕਿ ਐਲਾਨ ਕੀਤਾ ਹੈ ਕਿ 6 ਦਿਨਾਂ ਦੇ ਵਿੱਚ ਜਾਂ 4 ਦਿਨਾਂ ਦੇ ਵਿੱਚ ਅਗਰ ਸਾਨੂੰ ਇਨਸਾਫ ਨਾ ਮਿਲਿਆ ਤੇ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਭੰਡਾਰੀ ਪੁਲ 'ਤੇ ਬਹਿਣਗੇ ਤੇ ਮੈਂ ਸ਼ਿਵ ਸੈਨਾ ਸੂਰਯਵੰਸ਼ੀ ਵੱਲੋਂ ਆਪਣਾ ਇਸ ਚੀਜ਼ ਦੀ ਘੋਸ਼ਣਾ ਕਰਦਾ ਕਿ ਜੇ ਅਸੀਂ ਸਮਾਜ ਸਾਡੇ ਭਰਾ ਜੇ ਉਹਦਾ ਸਾਥ ਦੇ ਕੇ ਆਪਣੇ ਵੱਲੋਂ ਜ਼ੋਰ ਲਾ ਕੇ ਕਿ ਵੀ ਹਾਂ ਇਸ ਚੀਜ਼ ਦੀ ਧੱਕੇਸ਼ਾਹੀ ਦੇ ਸੱਚਾਈ ਦੀ ਆਵਾਜ਼ ਨੂੰ ਚੁੱਕਦਿਆਂ ਆ ਕਿ ਜੇ ਉਹ ਧਰਨਾ ਪ੍ਰਦਰਸ਼ਨ ਜਾਂ ਕੋਈ ਪ੍ਰਦਰਸ਼ਨ ਕਰਨਗੇ ਤੇ ਮੈਂ ਉਹਨਾਂ ਦਾ ਸਾਥ ਦਿਆਂਗਾ, ਉਹਨਾਂ ਦੇ ਨਾਲ ਖੜਾ ਹੋਵਾਂਗਾ ਉਸ ਤਰੀਕ ਨੂੰ ਆਪਣੀ ਸਾਰੀ ਸ਼ਿਵ ਸੈਨਾ ਸੂਰਯਵੰਸ਼ੀ ਟੀਮ ਲੈ ਕੇ। ਜੈ ਸ਼੍ਰੀ ਰਾਮ।